वाहिगुरू जी का खालसा वाहिगुरू जी फतेह। मनजीत जी चलो जी। रवदीप जी। वाहिगुरु। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहिगुरु 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 वाहिगुरु। जिस सिमरत दुख सब जाए, नाम रतन वसै मन आए। जिस सिमरत दुख सब जाए, नाम रतन वसै मन आए। जप मन मेरे गोविंद की बाणी, साधु जन राम रसन वखानी। एकस बिन नाही दूजा कोय, जाकी दृष्ट सदा सुख होए। साजन मीत सखा कर एक, हर हर अखर मन में लेख। रव रहया सरबत स्वामी, गुण गावे नानक अंतर जामी। रव रहया सरबत स्वामी, गुण गावे नानक अंतर जामी। वाहिगुरु जी का खालसा वाहिगुरु जी की फतेह। शब्द मेरे सामने नहीं सी रवदीप जी। ਜਿਹੜੀ ਲਾਸਟ ਲਾਈਨ ਸੀ, ਰਵ ਰਹਿਆ ਸਰਬਤ ਨਾਲ ਨਹੀਂ ਆਏਗਾ, ਕੌਮਾ ਆਏਗਾ ਰਵ ਰਹਿਆ ਤੇ ਸਰਬਤ ਸੁਆਮੀ ਸਾਰੇ ਪਾਸੇ। ਹਾਂਜੀ, ਅੱਜ ਅਸੀਂ 96 ਨੰਬਰ ਸ਼ਬਦ ਕਰ ਰਹੇ ਹਾਂ। कौन पढ़ूगा जी शुरुआत? हाँ जी, मजा आया ना अज। श्री राग महला पंजवा। दुकित्र सुकित्र मंदे संसार सगलाना, दुहू ते रहत भगत है कोई विरला जाना। ठाकुर सर्वे समाना, क्या कहूँ सुनो स्वामी तू वड पुरख सुजाना। राव मान अभिमान मंदेश सो सेवक नाही, तत्समदर्शी संतो कोई कोट मंदाही। कहन कहावन ए कीरत करला, कथन कहनते मुक्ता गुरमुख कोई विरला। गत अवगत कछ नदर न आया, संतन की रेण नानक दान पाया।
राव दी जी पंक्ति है, ठाकुर सर्बे समाना, क्या या क्या कहो सुनो स्वामी तू वड पुरख सुजाना। वो ठाकुर वो परमेश्वर ही है जो सारे जीवां दे विच समाया होया है, ਉਹਨਾਂ ਦੀ ਹੀ ਉਹ ਪਾਲਣਾ ਕਰਦਾ ਹੈ। क्या कहो सुनो स्वामी तू वड पुरख सुजाना, मैं की कह सकता हाँ कि वो और कह सकता या सुन सकता हाँ, वो जो परमात्मा है वो सब जीवां दे दिल दी जानदा है, वो तो बहुत वड्डा है। ਉਹਦੀ ਅਸੀਂ ਕੋਈ ਜਾਣ ਹੀ ਨਹੀਂ ਸਕਦੇ ਕਿ ਉਹ ਸਾਰੇ ਜੀਵਾਂ ਦੇ ਵਿੱਚ ਵੀ ਹੈ, ਸਾਰੇ ਜੀਵਾਂ ਨੂੰ ਵੀ ਜਾਣਦਾ ਹੈ, ਤੇ ਇਸ ਲਈ ਕਹਿ ਨਹੀਂ ਸਕਦੇ ਅਸੀਂ ਕਿ ਉਹ ਕਿੰਨਾ ਪੁਰਖ ਕਿੰਨਾ ਸਾਰਿਆਂ ਨੂੰ ਕਿਸ ਤਰ੍ਹਾਂ ਉਹ ਪਾਲਦਾ ਹੈ, ਕਿਸ ਤਰ੍ਹਾਂ ਉਹਨਾਂ ਦੀ ਸਾਰੀ ਗੱਲਾਂ ਸੁਣਦਾ ਹੈ। ਫਿਰ ਸ਼ੁਰੂ ਵਿੱਚ ਕਹਿੰਦੇ ਨੇ, ਦੁਕਿੱਤਰ ਸੁਕਿੱਤਰ ਮੰਦੇ ਸੰਸਾਰ ਸਗਲਾਣਾ। ਉਹ ਸਾਰੇ ਸੰਸਾਰ ਦੇ ਬੁਰੇ ਤੇ ਅੱਛੇ ਕਰਮਾਂ ਵਿੱਚ ਅਸੀਂ ਫਸੇ ਹੋਏ ਹਾਂ। ਬੁਰੇ ਤੇ ਅੱਛੇ ਕਰਮਾਂ ਵਿੱਚ absorbed ਹਾਂ ਇੰਨਾ ਕਿ ਲੇਕਿਨ ਸਿਰਫ ਇਹ ਹੀ ਉਹ ਹੀ ਪਰਮਾਤਮਾ ਹੈ ਜਿਹਦੀ ਭਗਤੀ ਕਰਨ ਵਾਲਾ ਜੋ ਇਹਨਾਂ ਦੋਨਾਂ ਚੀਜ਼ਾਂ ਨੂੰ ਸਮਝਦਾ ਹੈ, ਪਰ ਇਸ ਤਰ੍ਹਾਂ ਦੇ ਭਗਤ ਬੜੇ ਘੱਟ ਹੀ ਨਜ਼ਰ ਆਉਂਦੇ ਨੇ। ठाकुर सर्वस्मरण हो गया ना, या मान अभिमान मंदे सो सेवक नाही। ਉਹ ਬੰਦਾ ਜਿਹੜਾ ਲੋਕਾਂ ਦੇ ਆਦਰ ਜਾਂ ਨਿਰਾਦਰ ਵਿੱਚ ਰਹਿੰਦਾ ਹੈ, ਫਸਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਸੇਵਕ ਨਹੀਂ ਹੋ ਸਕਦਾ। ਲੇਕਿਨ ਉਹ ਸੰਤ ਜੋ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਜਾਂ ਇੰਪਾਰਸ਼ੀਅਲ ਵਿਜ਼ਨ ਨਾਲ ਦੇਖਦੇ ਨੇ, ਉਹ ਕਰੋੜਾਂ ਵਿੱਚੋਂ ਵੀ ਬਹੁਤ ਹੀ ਘੱਟ ਸੰਤ ਨਜ਼ਰ ਆਉਂਦੇ ਨੇ। ਤਦ ਸਮਝਸੀ ਸੰਤੋ ਕੋਈ ਕੋਟ ਸਮਝਾਈ, ਕਹਿਣ ਕਹਾਵਨ ਇਹ ਕੀਰਤ ਕਰ ਲਾ, ਕਥਨ ਕਰਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ऐसे ही लोग ਹਨ ਜੋ ਪਰਮਾਤਮਾ ਦੀ ਸਿਫਤ ਸਲਾਹ ਦੀ ਗੱਲਾਂ ਕਰਦੇ ਹਨ ਅਤੇ ਸਮਝਦੇ ਹਨ ਕਿ ਉਹ ਇਸ ਤਰ੍ਹਾਂ ਜਾਂ ਇਹ ਜੋ ਰਸਤਾ ਹੈ ਉਹ ਦੁਨੀਆਵਾਦੀ ਸ਼ੋਭਾ ਪਾਉਂਦਾ ਹੈ। ਲੇਕਿਨ ਵਿਰਲਾ ਹੀ ਕੋਈ ਉਹ ਗੁਰਮੁਖ ਹੋਏਗਾ ਜੋ ਇਹਨਾਂ ਸਭ ਗੱਲਾਂ ਤੋਂ ਉੱਪਰ ਹੈ। गत अवगत कछ नदर न आया, संतन की रेण नानक दान पाया। ਉਹ ਜੇ ਗੁਰਮੁਖ ਨੂੰ ਮੁਕਤੀ ਜਾਂ ਨਾ ਮੁਕਤੀ ਦੀ ਗੱਲ ਪਤਾ ਨਹੀਂ ਹੁੰਦੀ, ਲੇਕਿਨ ਐਸੇ ਗੁਰਮੁਖ ਜੋ ਇਹਨਾਂ ਗੱਲਾਂ ਤੋਂ ਉੱਪਰ ਨੇ, ਨਾਨਕ ਜੀ ਆਖਦੇ ਨੇ ਐਸੇ ਸੰਤ ਜਨਾਂ ਦੀ ਚਰਨਾਂ ਦੀ ਧੂੜ ਪ੍ਰਾਪਤ ਕਰ ਲਈਏ तो अपना जन्म सफल हो जाए। वाहिगुरु जी का खालसा, वाहिगुरु। नाइस, हाँ जी, गुड अटेम्प्ट। Who else? Please keep on. I can attempt, yeah. ਤੇ ਇਸ ਪੌੜੀ ਵਿੱਚ ਗੁਰੂ ਸਾਹਿਬ ਉਸ ਬੰਦੇ ਦੀ ਦੱਸ ਰਹੇ ਸਟੇਟਸ ਕੀ ਸਟੇਟ ਆਫ ਮਾਈਂਡ ਜਿਹੜਾ ਕਿ ਪਰਮਾਤਮਾ ਨਾਲ ਜੁੜ ਗਿਆ ਹੈ ਜਾਂ ਉਸਦਾ ਮਨ ਪਰਮਾਤਮਾ
ਦੇ ਰਸਤੇ ਵਿੱਚ ਸਟਾਰਟ ਹੋ ਗਿਆ ਹੈ ਤੇ ਉਸ ਦੀ ਸਟੇਟ ਆਫ ਮਾਈਂਡ ਦੱਸ ਰਹੇ ਨੇ ਕਿ ਉਸਨੂੰ ਇਹ ਦੁਨਿਆਵੀ ਗੱਲਾਂ ਦਾ, ਦੁਨਿਆਵੀ ਆਦਰ ਦਾ, ਦੁਨਿਆਵੀ ਨਿਰਾਦਰ ਦਾ ਕੁਝ ਵੀ ਉਸਨੂੰ ਅਸਰ ਨਹੀਂ ਹੈ, ਕੁਝ ਵੀ ਉਸਨੂੰ ਲਿੰਕ ਨਹੀਂ ਰਹਿੰਦਾ। ਜਿਸ ਤਰ੍ਹਾਂ ਅਸੀਂ ਉਧਰ ਵਿੱਚ ਪੜ੍ਹਦੇ ਹਾਂ ਕਿ ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰੇ ਸਮਾਏ। ਉਹਨਾਂ ਨੂੰ ਕੁਝ ਵੀ ਫਰਕ ਨਹੀਂ ਪੈਂਦਾ ਕਿ ਕੋਈ ਮੈਨੂੰ ਕੀ ਬੋਲ ਰਿਹਾ ਜਾਂ ਮੈਨੂੰ ਕੋਈ ਕਿੱਥੋਂ ਆਦਰ ਮਿਲ ਰਿਹਾ, ਨਿਰਾਦਰ ਮਿਲ ਰਿਹਾ, ਕੁਝ ਹੋ ਰਿਹਾ। ਉਹਨਾਂ ਨੂੰ ਸਿਰਫ ਇੱਕੋ ਉਹਨਾਂ ਦਾ ਰਸਤਾ ਹੈ। ਠਾਕੁਰ ਸਰਬੇ ਸਮਾਨਾ, ਜਿਹੜਾ ਪ੍ਰਭੂ ਹੈ ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਤੇ ਲੇਕਿਨ ਮੇਰੀ ਆਪਣੀ ਕੋਈ ਵੀ ਉਹ ਨਹੀਂ ਹੈ, ਮੇਰੀ ਆਪਣੀ ਕੋਈ ਵੀ ਸਮਰਥਾ ਨਹੀਂ ਹੈ ਕਿ ਮੈਂ ਤੇ ਉਸਦੇ ਬਾਰੇ ਵਿੱਚ ਕੁਝ ਬੋਲ ਸਕਾਂ ਜਾਂ ਸੁਣ ਸਕਾਂ। ਉਹ ਉਸਨੂੰ ਸਾਰੇ ਜੀਵਾਂ ਦੇ ਅੰਦਰ ਦਾ ਸਾਰਿਆਂ ਦਾ ਪਤਾ ਹੈ, ਸਾਰਿਆਂ ਦਾ ਉਹ ਉਹਨਾਂ ਦੇ ਅੰਦਰ ਕੀ ਹੋ ਰਿਹਾ ਹੈ, ਉਸਨੂੰ ਸਾਰਾ ਪਾਵਰਫੁਲ, ਹੀ ਨੋਜ਼ ਐਵਰੀਥਿੰਗ ਕਿ ਵਟ ਇਜ਼ ਗੋਇੰਗ ਔਨ ਇਨਸਾਈਡ। ਫਿਰ ਦੱਸਣ ਕਿ ਦੁੱਖ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਨਾ। ਤੇ ਇਹ ਪੂਰਾ ਸੰਸਾਰ ਜਿਹੜਾ ਹੈ ਮਾਇਆ ਦੇ ਅਧੀਨ ਚੱਲ ਰਿਹਾ ਹੈ ਤੇ ਅੱਛੇ ਕੰਮ ਵੀ ਕਰ ਰਹੇ ਨੇ ਲੋਕ, ਬੁਰੇ ਕੰਮ ਵੀ ਕਰ ਰਹੇ ਨੇ। ਸਾਡੀ ਆਪਣੀ ਥਾਟਸ ਪ੍ਰੋਸੈਸ ਵਿੱਚ ਵੀ ਅਸੀਂ ਇੱਕ ਪਲ ਅੱਛੇ ਥਾਟਸ, ਅੱਛੇ ਐਕਸ਼ਨ ਕਰਦੇ ਹਾਂ, ਦੂਸਰੇ ਪਲ ਅਸੀਂ ਬੁਰੇ ਥਾਟਸ, ਬੁਰੇ ਐਕਸ਼ਨ ਕਰਦੇ ਹਾਂ। ਸਾਡੀ ਇਹ ਲਾਈਫ ਉਸਦੇ ਵਿੱਚ ਹੀ ਚੱਲ ਰਹੀ ਹੈ। ਜਿਸ ਤਰ੍ਹਾਂ ਕਿ ਪ੍ਰਭੂ ਨੇ ਹੀ ਬਣਾਇਆ ਹੈ ਕਿ ਅਸੀਂ ਪਹਿਲੇ ਵੀ ਆਨੰਦ ਸਾਹਿਬ ਵਿੱਚ ਹੀ ਪੜ੍ਹਿਆ ਸੀ ਕਿ ਸ਼ਿਵ ਸ਼ਕਤੀ ਦੋਨੋਂ ਉਸੇ ਨੇ ਕੀਤਾ ਤੇ ਉਸੇ ਦੇ ਖੇਲ ਵਿੱਚ ਅਸੀਂ ਸਾਰਾ ਸੰਸਾਰ, ਸਾਡਾ ਜੀਵਨ ਚੱਲਦਾ ਰਹਿੰਦਾ ਹੈ। ਦੋਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਤੇ ਜਿਹੜਾ ਭਗਤ ਹੈ ਜਿਸਨੇ ਪ੍ਰਭੂ ਦੀ ਭਗਤੀ ਆਪਣੇ ਮਨ ਵਿੱਚ ਵਸਾ ਲਈ ਹੈ, ਉਹ ਇਹਨਾਂ ਦੋਨਾਂ ਦੁੱਖ੍ਰਿਤ ਤੇ ਸੁਕ੍ਰਿਤ ਦੋਨਾਂ ਤੋਂ ਪਰੇ ਹੈ। ਤੇ ਉਹ ਕੋਈ ਵਿਰਲਾ ਹੀ ਹੈ ਜਿਹੜਾ ਉਸ ਅਵਸਥਾ ਵਿੱਚ ਪੁੱਜ ਸਕਦਾ ਹੈ, ਉਸਨੂੰ ਜਿਹੜਾ ਜਾਣ ਸਕਦਾ ਹੈ। ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ। ਤੇ ਉਸਨੂੰ, ਉਸ ਭਗਤ ਨੂੰ ਕੁਝ ਵੀ ਫਰਕ ਨਹੀਂ ਪੈਂਦਾ ਕਿ ਉਸਦਾ ਮਾਨ ਹੋ ਰਿਹਾ ਜਾਂ ਨਿਰਾਦਰ ਹੋ ਰਿਹਾ ਹੈ। ਉਹ ਸਿਰਫ ਪਰਮਾਤਮਾ ਦੀ ਸੇਵਾ ਵਿੱਚ ਹੀ ਲਗਾ ਰਹਿੰਦਾ ਹੈ, ਉਸੇ ਪਰਮਾਤਮਾ ਦੀ ਭਗਤੀ ਹੀ ਕਰਦਾ ਰਹਿੰਦਾ ਹੈ। ਤਤ ਸਮਦਰਸ਼ੀ ਸੰਤੋ ਕੋਈ ਕੋਟ ਮੰਦਾਹੀ। ਤੇ ਜਿਹੜਾ ਉਸ ਪਰਮਾਤਮਾ ਦਾ ਐਕਚੁਅਲ ਤੱਤ ਹੈ ਕਿ ਉਹ ਪਰਮਾਤਮਾ ਹਰ ਕਣ ਕਣ ਵਿੱਚ ਵਸਦਾ ਹੈ, ਹਰ ਜਗ੍ਹਾ ਉਹੀ ਵਿਆਪਕ ਹੈ, ਪ੍ਰੈਜ਼ੈਂਟ ਹੈ। ਤੇ ਉਹ ਫਿਰ ਦੁਆਰਾ ਕੋਈ ਵਿਰਲਾ ਹੀ ਭਗਤ ਹੈ ਜਿਹੜਾ ਉਸ ਗੱਲ ਨੂੰ ਸਮਝਦਾ ਹੈ। ਕਹਿਣ ਕਹਾਵਨ ਇਹ ਕੀਰਤ ਕਰ ਲਾ। ਤੋ ਲੇਕਿਨ ਹੁਣ ਜਿਸ ਤਰ੍ਹਾਂ ਅਗਰ ਮੈਂ ਆਪਣੀ ਗੱਲ ਕਰਾਂ ਕਿ ਮੈਂ ਬਚਪਨ ਤੋਂ ਹੀ ਮੈਂ ਸਵੇਰੇ ਸ਼ਾਮੇ ਗੁਰਦੁਆਰੇ ਜਾਂਦਾ ਸਾਂ, ਕਿ ਮੈਂ ਪਾਠ ਕਰਦਾ ਸਾਂ। ਇਹ ਸਾਰੇ ਲੋਕ, ਮੈਂ ਵੀ ਇਸ ਤਰ੍ਹਾਂ ਗੱਲਾਂ ਕਰਦਾ, ਠੀਕ ਹੈ, ਅਸੀਂ ਬੜਾ ਕਰਦੇ ਹਾਂ, ਇਹ ਕਰਦੇ ਹਾਂ। ਲੇਕਿਨ ਜਿਹੜਾ ਉਹ ਭਗਤ ਬੰਦਾ ਹੁੰਦਾ ਹੈ, ਉਹ ਇਸ ਤਰ੍ਹਾਂ ਦੀ ਗੱਲਾਂ ਤੋਂ ਵੀ ਪਰੇ ਹੈ। ਉਹ ਸਿਰਫ ਪਰਮਾਤਮਾ ਦੀ ਭਗਤੀ ਵਿੱਚ ਹੀ ਲੀਨ ਰਹਿੰਦਾ ਹੈ। ਕੋਈ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਵਿਚਾਰ ਕੀਤੀ ਹੈ ਕਿ ਜਿਹੜਾ ਉਹ ਭਗਤ ਹੈ, ਉਸ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਉਸਦੇ ਮੂੰਹ ਵਿੱਚੋਂ ਜ਼ੁਬਾਨ ਬੰਦ ਹੋ ਗਈ ਹੈ, ਉਹ ਬਿਆਨ ਵੀ ਨਹੀਂ ਕਰ ਸਕਦਾ ਕਿ ਉਸਦੀ ਭਗਤੀ ਕਿਸ ਤਰ੍ਹਾਂ ਬੋਲਣੀ ਹੈ। ਤੇ ਉਹ ਸਟੇਟ ਆਫ ਮਾਈਂਡ ਕਿਸ ਤਰ੍ਹਾਂ ਹੈ, ਉਹ ਵੀ ਨਹੀਂ ਬਿਆਨ ਹੋ ਸਕਦੀ। ਤੇ ਅਸੀਂ ਸਾਰੇ ਲੋਕ, ਮੈਂ ਬਹੁਤ ਕੁਝ ਬੋਲਦਾ ਰਹਿੰਦਾ ਹਾਂ, ਇਹ ਹੈ ਪ੍ਰਭੂ, ਇਹ ਹੈ, ਮੈਂ ਇਹ ਕਰ ਰਿਹਾ, ਮੈਂ ਉਹ ਕਰ ਰਿਹਾ। ਲੇਕਿਨ ਮੈਨੂੰ ਲੱਗਦਾ ਹੈ ਕਿ ਮੈਂ ਇਹ ਸਭ ਕੁਝ ਬੋਲਣਾ, ਪਰਮਾਤਮਾ ਦੀ ਪ੍ਰੇਜ਼ ਕਰ ਰਿਹਾ, ਪਰਮਾਤਮਾ ਦੇ ਕੋਲ ਜਾ ਰਿਹਾ, ਬਟ ਉਸ ਤਰ੍ਹਾਂ ਨਹੀਂ ਹੈ। ਸਹੀ ਭਗਤ ਜਿਹੜਾ ਹੈ ਉਹ ਇਸ ਸਭ ਤੋਂ ਪਰੇ ਹੈ। ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਤੇ ਜਿਹੜਾ ਗੁਰਮੁਖ ਹੈ, ਅਗੇਨ ਜਿਹੜਾ ਭਗਤ ਹੈ, ਉਹ ਇਹ ਸਾਰੀ ਕਥਨੀ ਕਰਨੀ ਤੋਂ ਦੂਰ ਹੈ, ਪਰੇ ਹੈ। ਗਤ ਅਵਗਤ ਕਛੂ ਨਦਰ ਨਾ ਆਇਆ। ਤੇ ਉਸਨੂੰ ਇਹ ਵੀ ਹੁਣ ਜਿਸ ਤਰ੍ਹਾਂ ਮੈਂ ਅਗਰ ਪਾਠ ਕਰਦਾ ਹਾਂ, ਮੇਰੇ ਵਿੱਚ ਵੀ ਕੋਈ ਸੈਲਫਿਸ਼ਨੈਸ ਹੈ ਕਿ ਮੈਨੂੰ ਸ਼ਾਇਦ
ਪ੍ਰਭੂ ਮੈਨੂੰ ਕੁਝ ਇਹ ਚੀਜ਼ ਦੇ ਦੇਗਾ, ਓਕੇ ਮੈਂ ਪਾਠ ਅਰਦਾਸ ਕਰਾਂਗਾ ਤੇ ਮੈਨੂੰ ਇਹ ਮਿਲ ਜਾਏਗਾ। ਬਟ ਜਿਹੜਾ ਸੱਚਾ ਭਗਤ ਹੈ ਉਹ ਉਸਨੂੰ ਕੁਝ ਵੀ, ਉਸਦਾ ਕੁਝ ਵੀ ਮੋਟਿਵ ਨਹੀਂ ਹੈ ਕਿ ਮੈਂ ਭਗਤੀ ਕਰਾਂ ਤੇ ਮੈਨੂੰ ਪਰਮਾਤਮਾ ਇਹ ਦੇ ਦੇਗਾ, ਇਹ ਮੈਨੂੰ ਇਹ ਮਿਲ ਜਾਏਗਾ, ਮੈਨੂੰ ਜॉब मिल जाएगी, प्रमोशन मिल जाएगी, ये हो जाएगा, जो भी होएगा। वो इस सब तो परे है। संतन की रे नानक दान पाया। ते ਜਿਹੜਾ ਪਰਮਾਤਮਾ ਫਿਰ ਸਾਧ ਸੰਗਤ ਦੀ ਚਰਨਾਂ ਵਿੱਚ ਹੀ ਉਸਦੇ ਪਰਮਾਤਮਾ ਦੇ ਸ਼ਬਦ ਵਿਚਾਰ ਵਿੱਚ ਹੀ ਰਹਿੰਦਾ ਹੈ, ਆਪਣਾ ਮਨ ਜੋੜ ਕੇ ਰੱਖਦਾ ਹੈ ਤੇ ਉਸ ਨੂੰ ਪਰਮਾਤਮਾ ਫਿਰ ਨਾਨਕ ਦਾਨ ਪਾਇਆ ਤੇ ਉਸ ਨੂੰ ਪਰਮਾਤਮਾ ਦਾ ਹੀ ਜਿਹੜਾ ਪਿਆਰ ਹੈ ਉਹ ਮਿਲ ਜਾਂਦਾ ਹੈ। ਠੀਕ ਹੈ, ਹਾਂਜੀ ਨੈਕਸਟ who else? परमजीत जी। ਮਨਜੀਤ ਜੀ ਵੀ ਆ ਰਹੇ ਨੇ, ਮਨਜੀਤ ਸਿੰਘ ਜੀ। ਹਾਂਜੀ ਹਾਂਜੀ ਅੱਛਾ ਭੈਣ ਜੀ ਗੱਲ ਵੀਰ ਜੀ ਬੋਲ ਲਓ। ਹਾਂ ਤੁਸੀਂ ਪਹਿਲੇ ਬੋਲੋ, ਕੋਈ ਨਹੀਂ, ਤੁਸੀਂ ਚਾਹਣਾ ਹੁੰਦਾ। ਓਕੇ ਜੀ, ਥੈਂਕ ਯੂ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ, ਦਹੋਂ ਤੇ ਰਹਿਤ ਭਗਤ ਹੈ ਕੋ ਬਿਰਲਾ ਜਾਣਾ, ਠਾਕੁਰ ਸਰਬੇ ਸਮਾਣਾ, ਕਿਆ ਕਹੂੰ ਸੁਣੋ ਸੁਆਮੀ ਤੂੰ ਵੱਡ ਪੁਰਖ ਸਜਾਣਾ ਰਹਾ। ਮਾਨ ਅਭਿਮਾਨ ਵੀਰ ਜੀ ਆਪਾਂ ਇਹਨੂੰ ਪੜ੍ਹ ਕੇ ਪੜਾਂਗੇ ਤੇ ਦੁਬਾਰਾ ਵੀ ਅਰਥ ਕਰਨ ਲੱਗਿਆ ਪਲੀਜ਼, ਤੇ ਆਪਾਂ ਸਮਾਂ ਬਚਾਈਏ ਨਾ। ਓਕੇ ਓਕੇ ਜੀ, ਵਾਹਿਗੁਰੂ। ਰਹਾਉ ਦੀ ਪੰਕਤੀ ਜਿਸ ਤਰ੍ਹਾਂ ਕਹਿ ਰਹੇ ਬਾਬਾ ਜੀ ਆਪਾਂ ਨੂੰ, ਠਾਕੁਰ ਸਰਵੇ ਸਮਾਣਾ, ਕਿਆ ਕਹੂੰ ਸੁਣੋ ਸੁਆਮੀ ਤੂੰ ਵੱਡ ਪੁਰਖ ਸੀ, ਵੱਡ ਪੁਰਖ ਸੀ। ਠਾਕੁਰ ਇਹ ਪ੍ਰਮਾਤਮਾ ਜੀ ਤੂੰ ਸਾਰਿਆਂ ਦੇ ਵਿੱਚ ਵਿਆਪਕ ਆ, ਤੂੰ ਕਣੇ ਕਣੇ ਦੇ ਵਿੱਚ ਵਸਦਾ, ਕਣ ਕਣ ਦੇ ਵਿੱਚ ਵਸ ਰਿਹਾ। ਕਿਆ ਕਹੂੰ ਕਿਆ ਸੁਣੋ ਸੁਆਮੀ, ਮੈਂ ਕੀ ਪ੍ਰਮਾਤਮਾ ਵਾਹਿਗੁਰੂ ਮੈਂ ਤੇਰੇ ਵਾਸਤੇ ਕੀ ਕਹਾਂ, ਕੀ ਤੇਰੇ ਵਾਸਤੇ ਸੁਣਾ। ਤੂੰ ਤਾਂ ਸਰਬ ਕੁਛ ਹੀ ਸਾਰੇ ਤੋਂ ਉੱਪਰ ਸਿਆਣਾ ਸਮਝਦਾਰ ਸੂਝਵਾਨ ਹੈ। ਮੈਂ ਕੁਛ ਨਹੀਂ ਕਹਿ ਸਕਦਾ, ਮੈਂ ਮੂਰਖਾਂ ਦੇ ਵਿੱਚੋਂ ਮੂਰਖ ਆਪਣੇ ਆਪ ਨੂੰ ਗਿਣਿਆ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ, ਜਿਹੜੇ ਸਾਡੇ ਆਹ ਧਾਰਮਿਕ ਕੰਮ ਜਾਂ ਅਸੀਂ ਜੋ ਵੀ ਕਰਦੇ ਹਾਂ ਧਾਰਮਿਕ ਦਿਖਾਵੇ ਕਹਿ ਲਈਏ, ਇਹ ਸੰਸਾਰ ਦੀ ਕਾਰ ਆ, ਸੰਸਾਰ ਦੀ ਰੌਰੀ ਤੇ ਆ। ਦੋਹੂ ਤੇ ਰਹਿਤ ਭਗਤ ਹੈ ਕੋ ਬਿਰਲਾ ਜਾਣਾ, ਇਹਨਾਂ ਜਿਹੜੀ ਸੰਸਾਰ ਦੀ ਕਾਰ ਆ ਦੁਕ੍ਰਿਤ ਸੁਕ੍ਰਿਤ, ਇਹਨਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦਾ ਭਗਤ ਆ, ਇਹਨਾਂ ਦੇ ਵਿੱਚ ਨਹੀਂ ਉਹ ਆਪਣੇ ਆਪ ਨੂੰ ਖਚਿਤ ਕਰਦਾ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ, ਜਿਹੜੇ ਅਸੀਂ ਆਪਣੇ ਆਪ ਦੇ ਵਿੱਚ ਸੰਸਾਰਿਕ ਪੱਧਰ ਤੇ ਸੋਚਦੇ ਆ ਵੀ ਮੈਂ ਆਹ ਕਰਾਂ ਤੇ ਮੇਰਾ ਮਾਣ ਬਹੁਤ ਵੱਧ ਜਾਣਾ, ਤੇ ਮੈਂ ਆਹ ਕਰ ਲਿਆ ਤੇ ਮੇਰਾ ਅਪਮਾਨ ਹੋ ਜਾਣਾ। ਜਿਹੜੇ ਪ੍ਰਮਾਤਮਾ ਦੇ ਭਗਤ ਆ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦੇ, ਇਹਨਾਂ ਤੋਂ ਉੱਪਰ ਆ। ਇਸ ਕਰਕੇ ਸਾਨੂੰ ਪ੍ਰਮਾਤਮਾ ਦੇ ਨਾਲ ਜੁੜਨਾ ਚਾਹੀਦਾ, ਇਹਨਾਂ ਚੀਜ਼ਾਂ ਤੋਂ ਮਾਨ ਅਭਿਮਾਨ ਤੋਂ ਥੋੜਾ ਉੱਪਰ ਉੱਠੀਏ। ਤਤ ਸਮਦਰਸੀ ਸੰਤ ਹੋ ਕੋਈ ਕੋਟ ਮੰਦਾਹੀ, ਜਿਹੜਾ ਇਸ ਸੱਚ ਨੂੰ ਇਸ ਤੱਤ ਨੂੰ ਸਮਝਦਾ ਆ ਸੰਤ ਜਨੋ, ਸੰਸਾਰ ਦੇ ਵਿੱਚ ਕੋਈ ਬਿਰਲਾ ਹੀ, ਸੰਸਾਰ ਦੇ ਅੰਦਰ ਕੋਈ ਬਿਰਲਾ ਹੀ ਇਹੋ ਜਿਹਾ ਹੋਊਗਾ ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝੂਗਾ, ਇਹਨਾਂ ਤੋਂ ਉੱਪਰ ਉੱਠੂਗਾ, ਆਪਣੇ ਆਪ ਨੂੰ ਆਪਣੇ ਜੀਵਨ ਨੂੰ। ਜਾਂ ਏਦਾਂ ਕਹਿ ਲਈਏ ਵੀ ਜੇ ਆਪਾਂ ਕਹਿੰਦੇ ਆ ਵੀ ਮੈਂ ਗੁਰਬਾਣੀ ਪੜ੍ਹਦਾ, ਮੈਂ ਗੁਰਬਾਣੀ ਪੜ੍ਹ ਕੇ ਬਹੁਤ ਆਪਣਾ ਜੀਵਨ ਉੱਚਾ ਕਰ ਲਿਆ, ਪਰ ਜਿਹੜੇ ਆਹ ਸ਼ਬਦ ਆ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਇਹ ਸ਼ਬਦ ਸਾਨੂੰ ਆਪਣੇ ਜੀਵਨ ਨੂੰ, ਜੋ ਜੀਵਨ ਦੇ ਵਿੱਚ ਗੁਣ ਅਸੀਂ ਗ੍ਰਹਿਣ ਕੀਤੇ ਆ, ਜਾਂ ਜੀਵਨ ਦੇ ਵਿੱਚ ਜਿਹੜੇ ਗੁਰਬਾਣੀ ਕਹਿੰਦੀ ਆ ਸਾਨੂੰ ਗੁਣ ਗ੍ਰਹਿਣ ਕਰ, ਉਹਦੇ ਅਨੁਸਾਰ ਜੀਵਨ ਨੂੰ ਚਲਾ।
ਉਹਨੂੰ ਸੰਤ ਕਿਹਾ ਅਸਲੀ, ਉਹਨੂੰ ਕਹਿੰਦੇ ਆ ਵੀ ਤੂੰ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠੇਗਾ। ਫਿਰ ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਗਿਆ ਤੇ ਬਾਅਦ ਵਿੱਚ ਜਾ ਕੇ ਤਾਂ ਲੋਕਾਂ ਦੀਆਂ ਜੇਬਾਂ ਕੱਟੀ ਗਿਆ, ਜਾਂ ਮਾਨ ਅਪਮਾਨ ਦੇ ਵਿੱਚ ਹੀ ਫਸਿਆ ਰਿਹਾ, ਤੇ ਉਹਦਾ ਤੇਰਾ ਕੀਤੇ ਦਾ ਐਡਾ ਜ਼ਿਆਦਾ ਫਲ ਨਹੀਂ ਹੈਗਾ, ਪੁੰਨ ਨਹੀਂ ਹੈਗਾ ਉਹ। ਇਸ ਕਰਕੇ ਤੂੰ ਥੋੜਾ ਜਿਹਾ ਉੱਪਰ ਉੱਠ। ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾ ਹੈ। ਇਸ ਕਰਕੇ ਥੋੜਾ ਉੱਪਰ ਉੱਠੀਏ ਇਸ ਤੋਂ। ਤੇ ਕਹਿਣ ਕਹਾਵਨ ਇਹ ਕੀਰਤ ਕਰ ਲਾ, ਇਹ ਜਿਹੜਾ ਕਹਿਣ ਤੇ ਸੁਣਨ ਦੀ ਗੱਲ ਹੈ, ਇਹ ਤੋਂ ਥੋੜਾ ਉੱਪਰ ਉੱਠ ਕੇ ਗੁਣਾਂ ਨੂੰ ਜੀਵਨ ਦੇ ਵਿੱਚ ਅਸਲੀ ਰੂਪ ਦੇ ਵਿੱਚ ਜੀਵੀਏ। ਕਹਿਣ ਕਤਨ ਤੇ ਮੁਕਤਾ ਗੁਰਮੁਖ ਕੋਈ ਬਿਰਲਾ। ਇਸ ਤਰ੍ਹਾਂ ਉਹ ਕੋਈ ਬਿਰਲਾ ਹੀ ਗੁਰਮੁਖ ਹੋਵੇਗਾ ਜਿਹੜਾ ਇਹਨਾਂ ਗੁਣਾਂ ਦੇ ਨਾਲ ਆਪਣਾ ਜੀਵਨ ਜਿਉਂਦਾ। ਗਾਤਿਆ ਵਗਤ ਕੁਛ ਨਜ਼ਰ ਨਾ ਆਇਆ। ਜਿਹੜੀ ਗਾਤਿਆ ਜਾਂ ਕੀ ਕਹਿ ਸਕਦੇ ਇਹਨੂੰ, ਗਤ ਨੂੰ ਚੰਗੇ ਗੁਣ ਮਾੜੇ ਗੁਣ, ਅਵਗਤ ਮਾੜੇ ਗੁਣ, ਗਤ ਚੰਗੇ ਗੁਣ, ਕੁਛ ਨਜ਼ਰ ਨਾ ਆਇਆ। ਇਹਨਾਂ ਤੋਂ ਉੱਪਰ ਉੱਠ ਜਾਈਏ, ਚੰਗੇ ਮਾੜੇ ਤੋਂ ਉੱਪਰ ਉੱਠ ਕੇ ਫਿਰ ਜੀਵਨ ਜੀਵੀਏ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਜੇ ਅਸੀਂ ਇਸ ਤਰ੍ਹਾਂ ਉੱਪਰ ਉੱਠਾਂਗੇ, ਚੰਗੇ ਗੁਣ ਆਪਣੇ ਗ੍ਰਹਿਣ ਕਰਾਂਗੇ, ਚੰਗਾ ਜੀਵਨ ਜੀਵਾਂਗੇ, ਨਾਨਕ ਜੀ ਕਹਿੰਦੇ ਆ ਉਹੀ ਪ੍ਰਮਾਤਮਾ ਵੱਲੋਂ ਤੁਹਾਨੂੰ ਅਸਲੀ ਦਾਨ ਮਿਲਿਆ ਸਮਝੀਏ। ਵਾਹਿਗੁਰੂ ਜੀ ਖਾਲਸਾ, ਠੀਕ ਹੈ, ਵਾਹਿਗੁਰੂ। ਵੈਰੀ ਗੁੱਡ। ਪਰਮਜੀਤ ਜੀ। ਸੋ ਰਹਾਉ ਦੀ ਪੰਕਤੀਆਂ ਚ ਠਾਕੁਰ ਸਰਬੇ ਸਮਾਣਾ, ਕਿਆ ਕਹੂੰ ਸੁਣੋ ਸਵਾਮੀ ਤੂੰ ਵੱਡ ਪੁਰਖ ਸੁਜਾਣਾ। ਇੱਥੇ ਗੁਰੂ ਜੀ ਆਖਦੇ, ਇੱਥੇ ਕਹਿ ਰਹੇ ਕਿ ਜੋ ਗੁਰੂ ਹੈ, ਜੋ ਵਾਹਿਗੁਰੂ ਹੈ, ਉਹ ਸਰਬ ਵਿਆਪਕ ਹੈ, ਉਹ ਸਭ ਵਿੱਚ ਹੀ ਸਮਾਇਆ ਹੋਇਆ, ਸਾਰੇ ਜੀਵਿਆਂ ਵਿੱਚ ਵਸਿਆ ਹੋਇਆ ਹੈ। ਤੇ ਉਹਦੇ ਵਾਸਤੇ ਅਸੀਂ ਕੀ ਕਹੀਏ, ਕੀ ਸੁਣੀਏ, ਮਤਲਬ ਕਿ ਕੁਝ ਕਿਹਾ ਸੁਣਿਆ ਨਹੀਂ ਜਾਂਦਾ ਹੀ। ਸੋ ਇੰਨੇ ਵਿਸ਼ਾਲ ਹੈ ਕਿ ਜੋ ਕਿ ਸਭ ਤੇ ਸਮਾਏ ਹੋਣ ਤੇ ਸਾਰਿਆਂ ਦੀ ਦਿਲਾਂ ਦੀ ਵੀ ਉਹ ਵਾਹਿਗੁਰੂ ਜੀ ਜਾਣਦੇ ਨੇ। ਤੇ ਇਹਦੇ ਬਾਅਦ ਇੱਥੇ ਗੁਰੂ ਜੀ ਸਾਨੂੰ ਇੱਕ ਜੋ ਸੱਚੇ ਰਸਤੇ 'ਚ ਜੋ ਸਚਾਰ ਬਣਨਾ ਚਾਹੁੰਦੇ, ਉਹਦੀ ਜੋ ਕੈਰੈਕਟਰਿਸਟਿਕਸ ਕੀ ਹੋਣੇ ਚਾਹੀਦੇ ਆ ਉਹ ਦੱਸਣਾ ਚਾਹੁੰਦੇ ਨੇ ਕਿ ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ, ਦੋ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਕੋਈ ਜਿਹੜਾ ਭਗਤ ਹੁੰਦਾ ਹੈ ਉਹ ਜਿਹੜੇ ਚੰਗੇ ਕੰਮ ਨੇ, ਜਿਹੜੇ ਬੁਰੇ ਕੰਮ ਹੈ, ਉਹ ਜੋ ਸੰਸਾਰ ਜਿਨ੍ਹਾਂ ਵਿੱਚ ਲੱਗਿਆ ਹੈ, ਉਹੀ ਭਗਤ ਹੁੰਦਾ ਹੈ, ਉਹੀ ਸੱਚਿਆਰ ਹੁੰਦਾ ਹੈ, ਉਹੀ ਸੱਚੇ ਰਸਤੇ ਤੇ ਚੱਲਣ ਵਾਲਾ ਹੁੰਦਾ ਹੈ, ਜੋ ਇਹ ਦੋਨਾਂ ਚੀਜ਼ਾਂ ਤੋਂ ਦੂਰ ਹੈਗਾ। ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ। ਤੇ ਇਹ ਜੋ ਵਾਹਿਗੁਰੂ ਦੀ ਭਗਤੀ ਕਰਨ ਵਾਲਾ ਹੁੰਦਾ, ਇਹ ਕੋਈ ਵਿਰਲਾ ਹੀ ਹੁੰਦਾ ਜਿਹਨੂੰ ਇਹ ਸਮਝ ਆ ਜਾਂਦੀ ਹੈ। ਨਾ ਉਹਨੂੰ ਕੋਈ ਮਾਨ ਨਾ ਅਭਿਮਾਨ, ਉਹਨੂੰ ਉਸ ਚੀਜ਼ ਦਾ ਵੀ ਕੋਈ ਫਰਕ ਹੀ ਨਹੀਂ ਪੈਂਦਾ। ਜੋ ਵਾਹਿਗੁਰੂ ਦਾ ਉਹ ਸੇਵਕ ਹੁੰਦਾ ਹੈ ਉਸਨੂੰ ਕੁਝ ਫਰਕ ਨਹੀਂ ਪੈਂਦਾ। ਕੋਈ ਭਲਾ, ਜਿਸ ਤਰ੍ਹਾਂ ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤੰਦੀਓ ਹੈ ਡਾਰ, ਕੋਈ ਫਰਕ ਹੀ ਨਹੀਂ ਪੈਂਦਾ ਉਸਨੂੰ। ਉਹ ਜਿਸ ਤਰ੍ਹਾਂ ਵਾਹਿਗੁਰੂ ਸਮਦਰਸੀ ਹੈਗਾ, ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ, ਉਹਦੇ 'ਚ ਵੀ ਉਹ ਕੈਰੈਕਟਰਿਸਟਿਕ, ਉਹ ਗੁਣ ਆ ਜਾਂਦਾ ਹੈ ਕਿ ਉਹ ਵੀ ਸਮਦਰਸੀ, ਉਹ ਸਾਰਿਆਂ ਨੂੰ ਹਰ ਥਾਂ, ਉਹ ਜੋ ਵਾਹਿਗੁਰੂ ਵਿਆਪਕ ਹੈ ਉਸ ਤਰ੍ਹਾਂ ਹੀ ਉਹ ਸਾਰਿਆਂ ਨੂੰ ਵੀ ਇੱਕੋ ਜਿਹਾ ਦੇਖਣ ਵਾਲਾ ਬਣ ਜਾਂਦਾ ਹੈ। ਇਸ ਵਾਹਿਗੁਰੂ ਨੂੰ ਉਹਦੀ ਗੱਲਾਂ ਕਹਿ ਕੇ, ਉਹਦੀ ਤਾਰੀਫਾਂ ਕਰਕੇ, ਵਾਹਿਗੁਰੂ ਦੇ ਗੁਣ ਦੱਸ ਕੇ ਉਹ ਸਮਝਦੇ ਹੈ ਕਿ ਇਹੀ ਹੈ ਕਿ ਇਹ ਖੱਟਣਾ, ਅਸਲੀ ਖੱਟਣਾ ਹੈ ਕਿ ਉਹਦੀਆਂ ਗੱਲਾਂ, ਉਹਦੀਆਂ ਕਹਾਣੀਆਂ, ਉਹਦੀਆਂ ਇਹ ਕਹਿੰਦਿਆਂ ਜਾਈਏ। ਪਰ ਉਹ ਵਾਹਿਗੁਰੂ ਜੋ ਹੈ ਉਹ ਇਹ ਕਥਨ ਕਹਾਵਣ ਤੋਂ ਇਹ ਕੋਈ ਗੁਰਮੁਖੀ ਸਮਝਦਾ, ਕੋਈ ਸੱਚੇ ਰਸਤੇ ਤੇ ਟੁਰਨ ਵਾਲਾ ਹੀ ਸਮਝਦਾ ਕਿ ਇਹ ਸਭ ਤੇ ਵੀ ਕੁਛ ਕਹਿਣ ਕਹਾਵਣ ਨਾਲ ਸਾਨੂੰ ਕੁਛ ਮਿਲਣ ਵਾਲਾ ਨਹੀਂ, ਤੇ ਨਾ ਹੀ ਸਾਡੀ ਕੋਈ ਗਤ ਅਵਗਤ ਕੁਛ ਨਦਰ ਉਹਨੂੰ, ਮਤਲਬ ਨਾ ਇਸ ਗੱਲਾਂ ਵੱਲ ਵੀ ਧਿਆਨ ਰਹਿੰਦਾ ਹੈ ਉਸ ਭਗਤ ਨੂੰ ਕਿ ਕਿਹੜੇ ਕਾਰਜ ਨਾਲ ਮੇਰੀ ਮੁਕਤੀ ਹੋਣੀ ਹੈ, ਜਾਂ ਕਿਹੜੇ ਕਾਰਜ ਚੰਗੇ ਨੇ ਕਿਹੜੇ ਨਹੀਂ ਗੇ ਨੇ। ਇਹ ਸਾਰੀਆਂ ਗੱਲਾਂ ਤੋਂ ਉਹ ਅੱਗੇ ਹੀ ਨਿਕਲ ਜਾਂਦਾ ਹੈ। ਤੇ ਨਾਨਕ
ਕਹਿੰਦੇ ਨੇ ਕਿ ਦਾਨ ਫਿਰ ਇਹੋ ਜਿਹੇ ਭਗਤਾਂ ਨੂੰ ਇਹੀ ਮਿਲਦਾ ਕਿ ਉਹ ਸੰਤਾਂ ਦੀ ਧੂੜ ਬਣ ਕੇ, ਸੰਤਾਂ ਦੇ ਮਤਲਬ ਇੰਨੀ ਨਮਰਤਾ ਆ ਜਾਂਦੀ ਹੈ ਜਦ ਇਹ ਕੈਰੈਕਟਰਿਸਟਿਕਸ, ਇਹ ਗੁਣ ਸਾਡੇ ਅੰਦਰ ਆ ਜਾਂਦੇ ਕਿ ਅਸੀਂ ਸੰਤਾਂ ਦੇ ਜਿਸ ਤਰ੍ਹਾਂ ਕਿ ਧੂੜੀ ਬਣ ਕੇ ਰਹਿ ਜਾਂਦੇ ਹਾਂ। ਵੈਰੀ ਗੁੱਡ। ਇਹ ਸ਼ਬਦ ਬੜਾ ਟਿਪੀਕਲ ਹੈ। It's tough to relate to the Rahab, isn't it? Or it's my thought. Yes, yes. Okay, can I give it a try? Sure. Anji. So I'm going to read. I just made these notes. It's in English. No problem. The master is present. The Rahab Pankti. The master is present everywhere and in everything. I need to recognize this and not slander or hear gossip if I recognize God is all pervading. And the Shabda is telling me that I live a life in duality. Rare are those who know and understand this and are beyond duality. If I lead a sage equipoise life, we will not be influenced or convinced by what others do or say. If not in sage and equipoise, that I am truly not walking the righteous path with the divine, and such people are truly rare who walk this path of truth. I'm not expected to just give lip service to God by just talking and praising God, but I need to walk the talk. I should not walk the talk for the sake of obtaining salvation, but walk the talk because it is the right thing to do. Without ego, I will be the dust of the saints, meaning I will live a life in humility and see God in everyone and in everything and remember God always. Anji. Very good. Anji, ਹੋਰ ਕੋਈ ਨਹੀਂ? ਅਭਿਪਰਾਏ ਹਾਂਜੀ। ਮੈਂ ਇਸ ਤਰ੍ਹਾਂ ਦੇਖ ਰਿਹਾ ਗੁਰੂ ਅਰਜਨ ਦੇਵ ਜੀ ਸਾਨੂੰ ਇਹ ਕਹਿ ਰਹੇ ਹਨ ਕਿ ਵਾਹਿਗੁਰੂ ਜੀ ਹਰ ਇੱਕ ਜੀਵਾਂ ਵਿੱਚ ਸਮਾਇਆ ਹੋਇਆ ਹੈ ਤੇ ਸਭ ਦਾ ਪਾਲਣ ਵਾਲਾ ਹੈ ਤੇ ਵਾਹਿਗੁਰੂ ਕਹਿੰਦੇ ਕਿ ਤੂੰ ਵਾਹਿਗੁਰੂ ਜੀ ਸਭ ਤੋਂ ਵੱਡਾ ਹੈ, ਸਭ ਦੀ ਵਿਆਪਕ ਹੈ, ਸਭ ਦੇ ਦਿਲਾਂ ਵਿੱਚ ਹੈ। So I look at the two paths. ਵਾਹਿਗੁਰੂ ਜੀ ਸਾਨੂੰ ਕਹਿ ਰਹੇ ਹਨ ਕਿ there are two paths. ਇੱਕ ਪਾਥ ਹੈ ਜਿਹੜਾ ਦੁਨੀਆ ਤੇ ਜਗਤ ਮੋਸਟਲੀ ਉਹ ਕੀ ਕਰਦੇ ਹਨ ਕਿ ਜਾਂ ਅੱਛੇ ਕਰਮ ਜਾਂ ਬੁਰੇ ਕਰਮ ਨੂੰ ਬਸ ਉਸੀ ਵਿੱਚ ਸਮਾਇਆ ਹੋਇਆ ਹੈ। ਫਿਰ ਦੂਜਾ ਕੀ ਹੈ ਕਿ ਇੱਕ ਤਾਂ ਹੰਕਾਰ ਤੇ ਮਾਨ, ਉਸੀ ਵਿੱਚ ਕੌਣ ਮੈਨੂੰ ਮਾਨ ਕਰ ਰਿਹਾ ਹੈ ਜਾਂ ਕੌਣ ਹੰਕਾਰ ਕਰ ਰਿਹਾ, ਉਸੀ ਝਗੜਾ ਵਿੱਚ ਫਸਿਆ ਹੋਇਆ ਹੈ। ਤੀਜਾ ਜਿਹੜਾ ਹੈ ਕਿ ਉਹ ਕਹਿੰਦੇ ਕਿ ਮੈਂ ਬਸ ਵਾਹਿਗੁਰੂ ਦਾ ਮੈਂ ਅਗਰ ਗੱਲ ਕਰਦੇ ਜਾਵਾਂ, ਕਥਾ ਕਰਦੇ ਜਾਵਾਂ, ਬੋਲਦੇ ਜਾਵਾਂ, ਉਸ ਦਾ ਇਹੀ ਰਸਤਾ ਠੀਕ ਹੈ ਕਿ ਮੈਂ ਦੇਖੋ ਵਾਹਿਗੁਰੂ ਦੀ ਗੱਲ ਕਰ ਰਿਹਾ, ਲੇਕਿਨ ਹੀ ਜਸਟ ਥਿੰਕਿੰਗ ਹੀ ਇਜ਼ ਇਨ ਮਤਲਬ ਕਿ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਕਿ ਮੈਂ ਵਾਹਿਗੁਰੂ ਦੇ ਕੋਲ ਪਹੁੰਚ ਰਿਹਾ। ਪਰ ਜਿਹੜਾ ਅਸਲੀ ਭਗਤੀ ਹੈ, ਜਿਹੜਾ ਗੁਰਮੁਖ ਹੈ, ਜਿਹੜਾ ਵਾਹਿਗੁਰੂ ਨੂੰ ਯਾਦ ਕਰਦਾ ਹੈ, ਉਹ ਇਹ ਮਾਨ ਅਭਿਮਾਨ ਜਾਂ ਇਹ ਅੱਛੇ ਕਰਮ ਬੁਰੇ ਕਰਮ ਤੋਂ ਦੂਰ ਹੈ। ਉਹ ਸਿਰਫ ਵਾਹਿਗੁਰੂ ਦੇ ਨਾਲ ਲੱਗਣ ਲੱਗ ਗਿਆ ਤੇ ਇਹ ਸਭ ਚੀਜ਼ ਨੂੰ ਇਸ ਤੋਂ ਹਟ ਕੇ ਬਸ ਉਸੀ ਤੇ ਸਮਾ ਕੇ, ਔਰ ਇਹ ਕਥਾ ਅਕਤ ਕਥਾ ਹੈ, ਬੜਾ ਮੁਸ਼ਕਿਲ ਹੈ ਬੋਲਣਾ, ਤਾਂ ਉਸ ਰਸਤੇ ਨੂੰ ਛੱਡ ਕੇ ਬਸ ਵਾਹਿਗੁਰੂ ਦੇ ਚਰਨਾਂ ਵਿੱਚ ਬਸ ਉਸਦੇ ਧਿਆਨ ਰੱਖੇ, ਉਸਦੇ ਰਸਤੇ ਨੂੰ ਜਿਹੜਾ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਕਿ ਨਾਮ ਜਪਣਾ ਹੈ, ਉਸੀ ਰਸਤੇ ਨੂੰ ਚੱਲਣਾ ਹੈ ਕਰਕੇ ਬਸ ਸਮਝਾਇਆ ਕਿ so we have to choose the path, this way or that way. Very good. ਹਾਂਜੀ ਹਰਜੀਤ ਜੀ। ਇਹ ਮਨੁੱਖ ਦੀ ਅਵਸਥਾ ਦੀ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਲੋਕ ਕਰਮਾਂ ਨੂੰ ਦੋਸ਼ ਦਿੰਦੇ ਨੇ, ਚੰਗੇ ਕਰਮ ਹਨ, ਇਸ ਤਰ੍ਹਾਂ ਬੁਰੇ ਕਰਮ, ਇਸੀ ਵਿਵਾਦ ਵਿੱਚ ਫਸੇ ਰਹਿੰਦੇ ਨੇ। ਲੇਕਿਨ ਜਿਹੜਾ ਗੁਰਮੁਖ ਹੈ
ਜਿਸਨੂੰ ਅਵੇਅਰਨੈਸ ਹੈ, ਉਹਨੂੰ ਪਤਾ ਹੈ ਕਿ ਰੱਬ ਜਿਹੜਾ ਜੋ ਗੁਰੂ ਨੂੰ ਮੰਨਣ ਵਾਲਾ ਹੈ, ਉਸਦੀ ਰਜ਼ਾ ਹੀ ਰਹਿਣ ਵਾਲਾ ਹੈ, ਉਹਨੂੰ ਇਹ ਪਤਾ ਹੈ ਕਿ ਉਸ ਵਿਕਾਰਤਾ ਹੈ ਕਿ ਪ੍ਰਭੂ ਸਭ ਦੇ ਅੰਦਰ ਹੈ, ਉਸੀ ਨੇ ਸ੍ਰਿਸ਼ਟੀ ਰਚੀ ਹੈ, ਉਹੀ ਸਭ ਦਾ ਰੱਖਣ ਵਾਲਾ ਹੈ। ਉਹ ਹਰੇਕ ਦੇ ਦਿਲਾਂ ਨੂੰ ਜਾਣਦਾ ਹੈ, ਉਸਦੇ ਵਾਸਤੇ ਸਭ ਇੱਕ ਹਨ, ਤੇ ਉਹ ਨਹੀਂ ਕਹਿੰਦਾ ਕੌਣ ਚੰਗਾ ਹੈ ਤੇ ਕੌਣ ਮੰਦਾ ਹੈ। ਰੱਬ ਦਾ ਭਗਤ ਹੀ ਉਹ ਐਸਾ ਹੈ ਜੋ ਕਰੋੜਾਂ ਵਿੱਚ ਇੱਕ ਹੁੰਦਾ ਹੈ, ਉਹਨੂੰ ਉਹ ਜਾਣਦਾ ਹੈ ਕਿ ਰੱਬ ਸਭ ਦਾ ਹੈ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਇਹ ਮਨੁੱਖ ਜੋ ਪ੍ਰਭੂ ਨੂੰ ਪਿਆਰ ਕਰਦੇ ਹਨ ਤੇ ਉਸਦਾ ਹਰ ਗੱਲ ਤੇ ਆਪਣੇ ਹਿਰਦੇ 'ਚ ਉਸਨੂੰ ਰੱਖਦੇ ਹਨ, ਉਹਨੂੰ ਯਾਦ ਕਰਦੇ ਹਨ, ਉਸ ਪ੍ਰਭੂ ਨੂੰ ਇਹ ਜਾਣਦੇ ਨੇ ਕਿ ਰੱਬ ਹਰ ਜਗ੍ਹਾ ਹੈ ਤੇ ਉਸਨੂੰ ਧਿਆਨ ਚਾਹੀਦਾ ਹੈ। ਤੇ ਇੱਕ ਲਾਈਨ ਮੈਂ ਅੱਜ ਪੜ੍ਹੀ ਸੀ, ਸਭ ਕੁਛ ਤੂੰ ਹੈ, ਤੂੰ ਮੇਰੇ ਪਿਆਰੇ, तेरी कुदरत को बल जाए जियो। कि वो हर चीज़ है, बस इंसान उसको परखण दी लोड़ है, सब दे अंदर है। हाँ जी जी जैसे जी। अच्छा हाँ जी हरकेवल जी। ठाकुर सर्वे समाना, वो परमात्मा हरेक जगह ते हरेक जीव दे विच समाया होया व्यापक है। क्या कहूं, इदू बाद मैं लगता जिवें सुनो स्वामी एक संबोधन है, परमात्मा नूं कहा भी ए परमात्मा मेरी तू सुन, मेरी गल सुन, या तू बड़ा है, तू बड़ पुरख सजाना, तू बड़े तो बड़ा है, पुरख तू हरेक जीवां दे विच समाया होया है, सुजाना है, तू हरेक दे दिलां दी जानन वाला है कि उन्हां दे अंदर किस तरह दे भाव चल रहे हैं। गुण अवगुण या उन्हां दे अंदर दुकृत सुकृत ओहदे बारे सारे दे विच तू जानन वाला है। ते मैं होर की कह सकदा, क्या कहूँ तेरे बारे में होर की कह सकदा। उपर दुकृत वीर जी ने पढ़िया सी दुकित्र, ये जो तुसीं पढ़दे हुंदे सी उदों उन्होंने सानू एक रूल दस्सिया सी भी जिहड़ा कि किसी दे पैरीं पै जावे कि ना वो सारे दा सारा लाभ ले जांदा है। मतलब जिहड़ा ये रारा जिहड़ा दी पैर च पिया होया उहनूं सारियां लगा मात्रा उहनूं ही लगणियां। दुकृत सुकृत मंदे संसार सगलाना, दुकृत भैड़े कर्म, सुकृत चंगे कर्म, गुण अवगुण, पाप पुण्य, सोहणियां विचारां भैड़ियां विचारां। गुरु साहब कहंदे भी सारा संसार मेरे वास्ते किहड़ी चंगी है चीज़, किहड़ी मंदी है, ये सारे संसार दे मोह दे विच फसे ही सारी जिंदगी बतीत कर दिंदा है। दोहों ते रहत भगत है, इन्हां दोनों तो जिहड़ा रहत हैगा उही असल भगत है। ये कोई विरला जाना, इस तरह का जिहड़ा कोई ही संसार ते जिहड़ा विरले इंसान हुंदे हन, जां इदां दी जिहड़ी दोहां तो दुकृत तो सुकृत दूर जिहड़े इंसान जिहड़े मतलब अवस्था नूं जाण लैंदे हन वो विरले हन। मान अभिमान मंदे सो सेवक नाही, ये भी एक किस्म की स्टेटमेंट लगती है। जिवें गुरु साहब कहते जिहड़ा इंसान मान ते अभिमान दे विच फसिया है ना हजे भी, वो सेवक नहीं हो सकता, वो परमात्मा का भगत नहीं हो सकता। तत् समदर्शी, दर्शी हुंदी दृष्ट, सम हुंदी समान, इक्को तरह दी देखण वाला। तत् परमात्मा मूल। संतो ये भी मैनूं लगदा संबोधन किया है कि संतो ये संत जनो सतपुरखो, बे हरेक जीव दे विच उस परमात्मा नूं जिहड़ा देखण वाला हैगा वो कोटां चों कोई हैगा, करोड़ां दे विचों कोई इंसान इदां दा हुंदा हैगा
ਜਿਹੜਾ ਕਿ ਹਰੇਕ ਦੇ ਵਿੱਚ ਪਰਮਾਤਮਾ ਦਾ ਵਜੂਦ ਨੂੰ ਦੇਖਦਾ ਹੋਵੇ। ਹਾਂਜੀ, ਕਹਿਨ ਕਹਾਵਨ ਇਹ ਕੀਰਤ ਕਰ ਲਾ। ਕਈ ਵਾਰ ਅਸੀਂ ਗਿਆਨ ਦੀਆਂ ਜਿਹੜੀਆਂ ਗੱਲਾਂ, ਹੁਣ ਵੀ ਆਪਾਂ ਬਹੁਤ ਸੋਚ ਵਿਚਾਰ ਕੇ ਦੀਆਂ ਗੱਲਾਂ ਕਰਦੇ ਹਾਂ, ਕੱਲੀਆਂ ਨਿਰੀਆਂ ਪੁਰੀਆਂ ਗਿਆਨ ਦੀਆਂ ਗੱਲਾਂ ਕਰਨੀਆਂ, ਕਈ ਵਾਰ ਇਹ ਅਸੀਂ ਸੋਚ ਲੈਂਦੇ ਹਾਂ ਵੀ ਇਹੀ ਪਰਮਾਤਮਾ ਦੀ ਸਿਫਤ ਸਲਾਹ ਦਾ ਰਸਤਾ ਹੈ, ਵੀ ਇਹੀ ਐਕਚੁਅਲੀ ਸਿਫਤ ਸਲਾਹ ਹੈ ਮਾਰੇ। ਸਿਰਫ ਗਿਆਨ ਧਿਆਨ ਦੀਆਂ ਗੱਲਾਂ ਹੀ ਕਰਨੀਆਂ। ਤੇ ਗੁਰੂ ਸਾਹਿਬ ਕਹਿੰਦੇ ਆ, ਗੁਰੂ ਦੇ ਜਿਹੜਾ ਸਨਮੁਖ ਹੋਇਆ, ਕੋਈ ਜਿਹਨੂੰ ਇਹ ਪਤਾ ਲੱਗਿਆ ਉਹ ਕੋਈ ਬਿਰਲਾ ਇਨਸਾਨ ਹੈ, ਉਹ ਇਦਾਂ ਦੀਆਂ ਮਤਲਬ ਤੋਂ ਮੁਕਤ ਹੈ। ਕਥਨ ਕਹਿਣ ਤੇ ਮੁਕਤਾ। ਗਤ ਅਵਗਤ ਕਛ ਨਦਰ ਨਾ ਆਇਆ। ਗਤ ਮੁਕਤੀ ਜਾਂ ਨਾ ਮੁਕਤੀ, ਜਾਂ ਗੁਰੂ ਸਾਹਿਬ ਕਹਿੰਦੇ ਆ ਉਸ ਇਨਸਾਨ ਨੂੰ ਇਸ ਬਾਰੇ ਧਿਆਨ ਹੀ ਨਹੀਂ ਆਉਂਦਾ ਹੈਗਾ। ਉਹਦੀ ਇਹ ਮਾਨਸਿਕ ਅਵਸਥਾ ਦੇ ਵਿੱਚ ਹੀ ਨਹੀਂ ਇਹ ਗੱਲ ਆਉਂਦੀ ਹੈਗੀ। ਤੇ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਹੈ। ਨਾਨਕ, ਜਿਹੜਾ ਇਨਸਾਨ ਆਪਣੇ ਆਪ ਨੂੰ ਇੰਨਾ ਛੋਟਾ ਕਰ ਲੈਂਦਾ ਹੈਗਾ, ਰੇਣ, ਤੇ ਉਸ ਸੱਤ ਪੁਰਖਾਂ ਦੀ ਸੰਗਤ ਵਿੱਚ ਆ ਜਾਂਦਾ ਹੈ, ਹਾਂਜੀ, ਉਹੀ ਇਸ ਤਰ੍ਹਾਂ ਦਾ ਦਾਨ ਪ੍ਰਾਪਤ ਕਰਦਾ ਹੈ। ਵਾਹਿਗੁਰੂ ਜੀ। Nice. We've gone a little more deeper. ਹਾਂਜੀ, ਹੋਰ ਕੌਣ? No one? ਕਾਰ ਸਿੰਘ ਜੀ, ਤੁਸੀਂ ਬਰਫ਼ ਢੋਣੀ ਹੈ ਕਿ? ਹਾਂਜੀ, ਥੋੜੀ ਜਿਹੀ ਗੱਲ ਕਰ ਸਕਦੇ ਹਾਂ। ਹਾਂਜੀ, ਚਲੋ ਸਾਹ ਲੈ ਲਓ ਨਾਲੇ ਨਾ ਉੱਦਾਂ। ਹਾਂਜੀ, ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਹੀਆਂ ਜਾ ਚੁੱਕੀਆਂ ਨੇ, ਤੇ ਸਾਡਾ ਵੀ ਛੋਟਾ ਜਿਹਾ ਨਿਮਾਣਾ ਜਿਹਾ ਐਫਰਟ ਆ, ਤੇ ਉਹਦੇ ਮੁਤਾਬਕ ਗੁਰੂ ਸਾਹਿਬ ਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਜਿਹੜਾ ਰਹਾਉਲਾ ਸ਼ਬਦ ਆ, ਉਹਦਾ ਜਿਹੜਾ ਟਾਕਿੰਗ ਪੁਆਇੰਟ ਆ, ਠਾਕਰ ਸਰਬੇ ਸਮਾਣਾ, ਇਹ ਗੱਲ ਮਨੁੱਖ ਨੂੰ ਸਮਝ ਲੈਣੀ ਚਾਹੀਦੀ ਹੈ। ਇਹ ਸਮਝ ਵੀ ਲੈਂਦਾ ਵੀ ਠਾਕਰ ਸਰਬੇ ਸਮਾਣਾ ਵਾ, ਪਰ ਹੀ ਨੈਵਰ ਪੁੱਟ ਇਨਟੂ ਪ੍ਰੈਕਟਿਸ। ਸਾਨੂੰ ਪਤਾ ਵਾ ਠਾਕਰ ਸਰਬੇ ਸਮਾਣਾ, ਪਰ ਵੀ ਪ੍ਰੈਕਟੀਕਲੀ ਨੈਵਰ ਲਿਵਡ। ਹੁਣ ਇਹ ਸਾਰੇ ਸ਼ਬਦ ਜਿਹੜਾ ਤੱਤ ਸਾਰੇ ਆ ਨਾ, ਠਾਕਰ ਸਰਬੇ ਸਮਾਣਾ, ਉਹ ਜਿਹੜਾ ਠਾਕਰ ਸਰਬੇ ਸਮਾਣਾ ਵਾ, ਉਹ ਕਿਹੜੇ ਰੂਪ ਵਿੱਚ ਸਮਾਣਾ ਵਾ? ਤੇ ਉਹ ਜਿਹੜੀ ਨਿਰੰਕਾਰੀ ਸ਼ਕਤੀ ਆ, ਉਹ ਹਰ ਮਨੁੱਖ ਵਿੱਚ ਹੀ ਆ, ਭਾਵੇਂ ਉਹ ਸੁਚੱਜਾ ਹੋਵੇ ਤੇ ਭਾਵੇਂ ਹੋਵੇ ਉਹ ਕੁਚੱਜਾ। ਤੇ ਹਰ ਮਨੁੱਖ ਦੀ, ਸੁਚੱਜੇ ਤੇ ਕੁਚੱਜੇ ਮਨੁੱਖ ਦੀ ਜਿਹੜੀ ਡਰਾਈਵਿੰਗ ਫੋਰਸ ਆ, ਉਹ ਸਰਬ ਸਮਾਣਾ ਵਾ, ਉਹ ਨਿਰੰਕਾਰੀ ਸ਼ਕਤੀ ਆ। ਤੇ ਗੁਰੂ ਸਾਹਿਬ ਕਹਿੰਦੇ ਤੂੰ ਇਹ ਚੰਗੀ ਤਰ੍ਹਾਂ ਸਮਝ ਲਾ ਇਹਨੂੰ। ਓਕੇ, ਜਦੋਂ ਤੂੰ ਸਮਝ ਲਿਆ ਨਾ, ਤੇ ਫਿਰ ਇੱਕ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਸੰਸਾਰ ਨੇ ਨਾ ਇੱਕ ਮਾਹੌਲ ਜਿਹਾ ਕ੍ਰੀਏਟ ਕੀਤਾ ਹੋਇਆ ਵੀ ਆਹ ਮਨੁੱਖ ਮਾੜੇ ਨੇ, ਆਹ ਚੰਗੇ ਨੇ, ਪਰ ਉਹ ਭੁੱਲ ਗਿਆ ਕਿ ਜਿਹੜਾ ਪਰਮਾਤਮਾ ਵਸ ਰਿਹਾ ਵਾ, ਜਿਹਨੂੰ ਉਹ ਪਿਆਰ ਕਰਦਾ ਵਾ, ਜਾਂ ਜਿਹਨੂੰ ਉਹਨੇ ਸਮਝਣਾ ਵਾ, ਜਾਂ ਜਿਹਦੇ ਨਾਲ ਉਹਨੇ ਯਾਰੀ ਪਾਉਣੀ ਆ, ਉਹ ਤੇ ਦੋਵਾਂ ਦੇ ਵਿੱਚ ਹੀ ਆ। ਜੇ ਉਹ ਦੋਵਾਂ ਦੇ ਵਿੱਚ ਹੀ ਆ, ਤੇ ਫਿਰ ਮਾੜਾ ਕੌਣ ਹੋ ਗਿਆ ਤੇ ਚੰਗਾ ਕੌਣ ਹੋ ਗਿਆ? ਗੁਰੂ ਸਾਹਿਬ ਕਹਿੰਦੇ ਵੀ ਇਹ ਗੱਲ ਨੂੰ ਸਮਝ ਦੀ ਗੱਲ ਕਰ ਤੂੰ। ਤੇ ਜਿਹੜਾ ਮਨੁੱਖ ਇਹਨਾਂ ਦੋਹਾਂ ਪ੍ਰਭਾਵਾਂ ਤੋਂ ਰਹਿਤ ਹੋ ਜਾਏਗਾ, ਜਿਹੜਾ ਮਨੁੱਖ ਦੋਵਾਂ ਪ੍ਰਭਾਵਾਂ ਤੋਂ ਰਹਿਤ ਹੋ ਜਾਏਗਾ, ਮਾੜੇ ਨੂੰ ਮਾੜਾ ਨਹੀਂ ਕਹੇਗਾ, ਚੰਗੇ ਦੀ ਮਤਲਬ ਇਸ ਸਮਝ ਲਾਈਕ ਸਟੇਟ ਆਫ ਮਾਈਂਡ, ਉੱਥੇ ਇੱਕ ਨਿਊਟਰਲ ਪੁਆਇੰਟ ਜਦੋਂ ਮਨੁੱਖ ਪਹੁੰਚ ਜਾਵੇਗਾ, ਤੇ ਗੁਰੂ ਸਾਹਿਬ ਕਹਿੰਦੇ ਉਹ ਜਿਹੇ ਮਨੁੱਖ ਵਿਰਲੇ ਹੁੰਦੇ ਨੇ, ਤੇ ਉਹੀ ਮਨੁੱਖ ਭਗਤ ਹੁੰਦੇ ਆ। ਅਗੇ ਗੁਰੂ ਸਾਹਿਬ ਕਹਿੰਦੇ ਵੀ ਤਤ ਸਮਦਰਸੀ ਸੰਤੋ ਕੋਈ ਕੋਟ ਮਦਾਹੀ। ਅੱਛਾ, ਵੀ ਤਤ ਹੁੰਦਾ ਅਰਕ,
ਓਕੇ। ਤੇ ਅਰਕ ਉਹ ਚੀਜ਼ ਹੁੰਦੀ ਆ ਜੇ ਕਿਸੇ ਚੀਜ਼ ਨੂੰ ਪਿਊਰੀਫਾਈਡ ਕਰ ਲਿਆ ਜਾਵੇ। ਜਦੋਂ ਕੋਈ ਮਨੁੱਖ ਅਧਿਆਤਮਕਵਾਦ ਦੀ ਬੁਲੰਦੀ ਨੂੰ ਛੂਹਦਾ ਵਾ ਤੇ ਉਹਨੇ ਆਪਣੇ ਆਪ ਨੂੰ ਇੰਨਾ ਪਿਊਰੀਫਾਈਡ ਕਰ ਲਿਆ ਹੁੰਦਾ ਵਾ, ਤੇ ਉਹ ਜਿਹੜਾ ਤੱਤ ਆ, ਜਿਹੜਾ ਅਰਕ ਆ, ਉਹ ਅਰਕ ਆ ਸਮਦਰਸੀ। ਉਹ ਮਨੁੱਖ ਫਿਰ ਸਮਦਰਸੀ ਹੋ ਜਾਂਦਾ। ਜਿਹੜੀ ਹਾਈਐਸਟ ਪੀਕ ਆਫ ਸਪਿਰਿਚੁਅਲਿਟੀ ਆ, ਉਹ ਮਨੁੱਖ ਨੇ ਸਮਦਰਸੀ ਹੋਣਾ ਵਾ। ਤੇ ਕਹਿੰਦੇ ਸਮਦਰਸੀ ਸੰਤੋ ਕੋਈ ਕੋਟ ਮਦਾਹੀ, ਕੋੜਾਂ ਦੇ ਵਿੱਚ ਕਰੋੜਾਂ ਦੇ ਵਿੱਚ ਕੋਈ ਵਿਰਲਾ ਮਨੁੱਖ ਹੀ ਆ। ਹਾਂਜੀ, ਅੱਛਾ। ਫਿਰ ਹੁਣ ਮੇਰੇ ਵਰਗੇ ਦੇ ਲੋਕ ਨੇ, ਉਹ ਕੀ ਕਰਦੇ ਨੇ, ਓਕੇ, ਉਹ ਮਾਨ ਤੇ ਅਭਿਮਾਨ ਦੇ ਵਿੱਚ ਫਸੇ ਹੁੰਦੇ ਆ। ਓਕੇ, ਹੁਣ ਉੱਤੇ ਜਦੋਂ ਗੁਰੂ ਸਾਹਿਬ ਗੱਲ ਕਰਕੇ ਆਏ ਆ, ਦੋਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਹੁਣ ਜਿਹੜਾ ਮਨੁੱਖ ਭਗਤ ਬਣ ਜਾਂਦਾ, ਤੇ ਭਗਤ ਦੇ ਬਾਰੇ ਗੁਰੂ ਸਾਹਿਬ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਉਸ ਮਨੁੱਖ ਨੂੰ ਤਾਂ ਹੀ ਵਿਗਾਸ ਹੋਏਗਾ ਜਦੋਂ ਉਹ ਮਨੁੱਖ ਮਾਨ ਤੇ ਅਭਿਮਾਨ ਤੋਂ ਉੱਪਰ ਉੱਠ ਜਾਏਗਾ। ਜਿੰਨਾ ਚਿਰ ਮਨੁੱਖ ਇਹ ਮੇਰੀ ਇੱਜ਼ਤ ਆ, ਮੇਰੀ ਬੇਇੱਜ਼ਤੀ ਆ, ਇੱਜ਼ਤ ਤੇ ਬੇਇੱਜ਼ਤੀ ਦੇ ਚੱਕਰ 'ਚ ਪਿਆ ਹੋਇਆ ਮਨੁੱਖ ਕਦੀ ਭਗਤ ਨਹੀਂ ਬਣ ਸਕਦਾ। ਤੇ ਜਦੋਂ ਉਹ ਭਗਤ ਬਣ ਗਿਆ, ਫਿਰ ਉਹਦੇ ਕੋਲ ਵਿਗਾਸ ਹੋਣਾ ਜ਼ਰੂਰੀ ਹੈ। ਜੇ ਵਿਗਾਸ ਲੈਣਾ ਵਾ ਤੇ ਫਿਰ ਮਾਨ ਤੇ ਅਭਿਮਾਨ ਦੇ ਚੱਕਰ 'ਚੋਂ ਮਨੁੱਖ ਨੂੰ ਨਿਕਲਣਾ ਪਏਗਾ। ਤੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਇਹੋ ਜਿਹਾ ਕੋਈ ਵਿਰਲਾ ਹੀ ਆ। ਹਾਂਜੀ, ਹਾਂਜੀ। ਚਲੋ, I think that's what I say. We can, other people want to say other things. ਤੇ ਮੈਂ ਇੰਨਾ ਕਹਿਣਾ ਚਾਹੁੰਦਾ ਵਾਂ ਕਿ ਠਾਕੁਰ ਸਰਬੇ ਸਮਾਣਾ, ਇਸ ਗੱਲ ਨੂੰ ਸਮਝਣ। ਮੈਂ I think I should say for myself, ਮੈਨੂੰ ਇਹ ਗੱਲ ਚੰਗੀ ਤਰ੍ਹਾਂ ਮੇਰੇ ਘਰ ਕਰ ਜਾਣੀ ਚਾਹੀਦੀ ਹੈ ਕਿ ਮਾਲਕ ਜਿਹੜਾ ਵਾ, ਜਿਹੜੀ ਨਿਰੰਕਾਰੀ ਸ਼ਕਤੀ ਆ, ਜਿਹੜੀ ਡਰਾਈਵਿੰਗ ਫੋਰਸ ਆਫ ਲਾਈਫ ਆ, ਉਹ ਮੇਰੇ ਵਿੱਚ ਵੀ ਆ ਤੇ ਬਾਕੀ ਦੀ ਸਾਰੀ ਕਾਇਨਾਤ ਵਿੱਚ ਹੀ ਆ। ਜਦੋਂ ਮੈਨੂੰ ਇਹ ਗੱਲ ਦੀ ਸਮਝ ਆ ਜਾਏਗੀ ਤੇ ਫਿਰ ਜਿਹੜੀ ਦੁਕ੍ਰਿਤ ਤੇ ਸੁਕ੍ਰਿਤ, ਜਿਹੜੀ ਆ ਸੁਕ੍ਰਿਤ ਵਾਲੀ ਗੱਲ ਜਿਹੜੀ ਆ, ਉਹ ਮਨੁੱਖ ਤੋਂ ਪਰੇ ਚਲੇ ਜਾਏਗੀ ਤੇ ਮਨੁੱਖ ਸਮਦਰਸ਼ੀ ਹੋ ਜਾਏਗਾ। ਤੇ ਸਮਦਰਸ਼ੀ ਹੋਇਆ ਮਨੁੱਖ ਹੀ ਭਗਤ ਕਹਾ ਸਕਦਾ ਵਾ, ਤੇ ਉਹੀ ਮਨੁੱਖ ਵਿਗਾਸ 'ਚ ਰਹਿ ਸਕਦਾ ਵਾ, ਤੇ ਉਹੀ ਆਨੰਦ ਮਾਣ ਸਕਦਾ। ਵੈ ਖਾਲਸਾ ਤੇ ਉਹੀ ਵਿਰਲੇ ਹੁੰਦੇ ਆ। ਹਾਂਜੀ, ਹੈਨ ਵਿਰਲੇ ਨਹੀਂ ਕਣੇ। ਇੱਕ ਦੇ ਹੋਰ ਵੀ ਪੱਖ ਹੋ ਸਕਦਾ ਹੈ ਗੁਰੂ ਪਿਆਰਿਓ, could be wrong. ਠਾਕੁਰ ਜਿਸ ਤਰ੍ਹਾਂ ਸਵਾਮੀ ਪੰਡਤਾ ਦਿਓਮਤੀ, ਠਾਕੁਰ ਜੀਓ ਤੁਹਾਰੋ ਪਰਨਾ, ਉਹ ਇਸ ਤਰ੍ਹਾਂ ਮੁਖਾਤਬ ਕਰਕੇ ਇਹ ਥਰਡ ਪਰਸਨ ਦੇ ਨਾਲ ਵੀ ਅਸੀਂ ਲੈ ਸਕਦੇ ਹਾਂ ਕਿ ਦੇਖੋ ਭਾਈ, ਠਾਕੁਰ ਜਿਹੜਾ ਨਾ ਸਰਬੇ ਸਮਾਣਾ ਜੇ, ਤੇ ਇੱਕ ਮੈਂ ਮੁਖਾਤਬ ਕਰਕੇ ਕਹਿ ਰਿਹਾ ਕਿ ਹੇ ਠਾਕੁਰ, ਤੂੰ ਤੇ ਸਰਬ ਸਮਾਣਾ ਹੈ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਵੱਡੇ ਮੇਰੇ ਸਾਹਿਬਾ। ਤੇ ਮੈਂ ਤੈਨੂੰ ਹੁਣ ਇਹਨੂੰ ਇਸ ਤਰ੍ਹਾਂ ਵੀ ਅਸੀਂ ਪੜ੍ਹ ਸਕਦੇ ਹਾਂ, ਕਿਆ ਕਹੋ ਸੁਣੋ ਸੁਆਮੀ, ਇੱਥੇ ਲਿਖਿਆ ਨਾ, ਹੁਣ be with me, ਕਿਆ ਕਹੋ ਕਿਆ ਸੁਣੋ ਸੁਆਮੀ, ਇਹ ਵੀ ਹੋ ਸਕਦਾ ਹੈ ਕਿ ਮਾਲਕਾ ਮੈਂ ਤੈਨੂੰ ਕੀ ਆਖਾਂ, ਕੀ ਸੁਣਾਵਾਂ। ਕਿਉਂ? ਤੂੰ ਪਹਿਲੀ ਗੱਲ ਕਿ ਤੂੰ ਸਰਬ ਸਮਾਣਾ ਹੈ, ਫਿਰ ਤੂੰ ਵੱਡ ਪੁਰਖ ਹੈ, ਤੂੰ ਸੁਜਾਨ ਹੈ। ਤੇ ਮੈਂ ਉਹ ਨਾ ਏਕ ਜੀ ਕਿਆ ਬਖਾਨੇ ਹਾਂ ਕਿ ਬਲ 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 ਸਦ ਬਲਹਾਰ, ਜੇ ਹਾਂ ਜਾਣਾ ਆਖਾਂ ਨਹੀਂ, ਉਹ ਵਾਲੀ ਗੱਲ। ਤੇ ਕਹਿੰਦੇ ਵੀ ਤੂੰ when you are omniprevalent, what do I say, what do I hear, what can I say? ਕਿਉਂਕਿ ਸਾਰਾ ਤੇਰਾ ਏ, ਤੂੰ ਉਹਨਾਂ ਦੇ ਵਿੱਚ ਪ੍ਰੈਜ਼ੈਂਟ ਏ, ਮੈਂ ਕੀ ਕਹਿਣਾ ਤੈਨੂੰ, ਮੈਂ ਹੋਰ ਕੀ ਆਖਾਂ ਤੇ ਸੁਣਾ। ਹੁਣ
ਇੱਥੋਂ ਜਦੋਂ ਰਿਲੇਟਿਵਿਟੀ ਜਿਹੜੀ ਹੈ ਆਪਾਂ ਕਈਆਂ ਨੇ ਸਾਡੇ ਚੋਂ ਕਈਆਂ ਨੇ ਕਾਇਮ ਕੀਤੀ, we have to establish relationship with Rahau and expansion of thought. ਹੁਣ ਕਹਿੰਦੇ ਮੈਂ ਦੇਖਦਾ ਹੈਗਾ ਤੂੰ ਸਾਰਿਆਂ 'ਚ, ਪਰ ਕੋਈ ਚੰਗਾ ਕੰਮ ਕਰ ਰਿਹਾ, ਕੋਈ ਮਾੜਾ ਕਰ ਰਿਹਾ, ਤੇ ਉਹਨਾਂ ਦੋਵਾਂ ਦੇ ਕੰਪੈਰੀਟਿਵਲੀ ਕੋਈ ਹੋਰ ਵੀ ਹੈਗਾ ਜਿਹੜਾ ਭਗਤੀ ਕਰਿਆ। ਹੁਣ ਕਹਿੰਦੇ ਤੂੰ ਤੇ ਸਾਰਿਆਂ 'ਚ ਸਮਾਇਆ ਹੋਇਆ। ਹੁਣ ਇੱਥੇ ਸਵਾਲ ਉੱਠਦਾ ਹੈ ਕਿ ਗੁਰੂ ਸਾਹਿਬ ਸਮਝਾਣਾ ਕੀ ਚਾਹ ਰਹੇ ਨੇ? ਕਿਧਰੇ ਇਹ ਤੇ ਨਹੀਂ ਕਿ ਤੂੰ ਸਾਰਿਆਂ 'ਚ ਸਮਾਇਆ ਹੋਇਆ ਹੈ, ਪਰ ਜਿਹੜਾ ਕੋਈ ਚੰਗਾ ਕੰਮ ਕਰ ਰਿਹਾ ਹੈ ਉਹ ਉਹਦੀ ਅਵੇਅਰਨੈਸ 'ਚ ਕਰ ਰਿਹਾ ਹੈ। ਠੀਕ ਉਸ ਤਰ੍ਹਾਂ ਉਹ ਅਸੀਂ ਜਦੋਂ ਛੋਟੇ ਹੁੰਦੇ ਸਾਂ ਤੇ ਮਾਸਟਰ ਬੜਾ ਡਾਢਾ ਹੁੰਦਾ ਸੀ, ਤੇ ਮਾਸਟਰ ਨੇ ਆ ਕੇ ਬਹਿ ਜਾਣਾ, ਉਹਨੇ ਕਹਿਣਾ ਕੰਮ ਕਰੋ, ਤੇ ਸਾਡੇ ਵਰਗੇ ਸ਼ਰਾਰਤੀਆਂ ਨੇ ਆਪਸ 'ਚ ਬਾਲ ਬਣਾ ਕੇ ਸੁੱਟੀ ਜਾਣੇ, ਤੇ ਜਿਹੜੇ ਡਰਦੇ ਹੁੰਦੇ ਸਾਨੂੰ ਕਹਿੰਦੇ ਨਾ ਮਾਸਟਰ ਦੇਖ ਲੇਗਾ, ਕੁੱਟੇਗਾ। ਸੋ ਜਿਹੜੇ ਉਹਦੇ ਡਰ ਤੇ ਅਦਬ 'ਚ ਨੇ ਉਹ ਚੰਗਾ ਕੰਮ ਕਰ ਲੈਂਦੇ ਨੇ, ਜਿਹੜੇ ਉਹ ਤੋਂ ਨਹੀਂ ਡਰਦੇ, ਉਹਦੀ ਅਵੇਅਰਨੈਸ ਤੋਂ ਬਾਹਰ ਨੇ, ਉਹ ਤੇ ਸਾਰਿਆਂ 'ਚ ਹੈ, ਖਿਆਲ ਰਹੇ। ਪਰ ਜਿਹੜਾ ਉਹਨੂੰ ਨਹੀਂ ਮੰਨਦਾ ਉਹ ਦੂਜੇ ਪਾਸੇ ਚਲਾ ਜਾਂਦਾ। ਸੋ could it be? It could be. ਫਿਰ ਇਸੇ ਤਰ੍ਹਾਂ ਹੀ ਸਾਰਾ ਜਿਹੜਾ ਸ਼ਬਦ ਹੈ, ਬਸ ਇੰਨੀ ਕੁ ਇੱਕ ਅਪਰੋਚ ਹੈ ਕਿ ਜੇ ਮੈਂ ਉਦਾਂ ਦੇਖ ਵੀ ਮਾਨ ਅਭਿਮਾਨ, ਕੋਈ ਬੰਦਾ ਸਿਰਫ ਤੇਰਾ ਕੰਮ ਇਸ ਕਰਕੇ ਕਰ ਰਿਹਾ ਹੈ, ਤੇਰੇ ਰਾਹ ਤੇ ਇਸ ਕਰਕੇ ਤੁਰ ਰਿਹਾ, ਤੇਰੀ ਸੇਵਾ ਇਸ ਕਰਕੇ ਕਰ ਰਿਹਾ ਕਿ ਜਾਂ ਉਹ ਮਾਨ ਪਾਣਾ ਚਾਹੁੰਦਾ ਤੇ ਜਾਂ ਉਹ ਅਭਿਮਾਨ ਦੇ ਵਿੱਚ ਹੈ। ਪਰ ਜਿਹੜਾ ਸਮਦਰਸੀ ਹੈ ਉਹ ਕੋਈ ਵਿਰਲਾ ਹੈ। ਹੁਣ ਜਿਹੜਾ ਸਮਦਰਸੀ ਹੈ ਉਹਦੇ ਵਿੱਚ ਵੀ ਤੂੰ ਹੈ, ਜਿਹੜਾ ਮਾਨੀ ਹੈ, ਜਿਹੜਾ ਅਭਿਮਾਨੀ, ਉਹਨਾਂ ਵਿੱਚ ਵੀ ਤੂੰ ਹੈ। ਮੈਂ ਕੀ ਦੱਸਾਂ ਤੈਨੂੰ? ਇੱਕ ਇਹ ਵੀ ਹੈ ਤੈਨੂੰ, ਤੇ ਇੱਕ ਹੈਗਾ who am I to say ਕਿ ਇਹ ਮਾਨੀ ਹੈ ਤੇ ਇਹ ਅਭਿਮਾਨੀ। ਅਸੀਂ ਕਰਦੇ ਹਾਂ ਨਾ, ਉਹ ਜੀ ਇਹ ਬੜੀ ਲੈਵਲ ਲੱਗੀ ਹੋਈ ਹੈ ਜੀ ਇਹਦੀ, ਅਸੀਂ ਕਮੈਂਟ ਦੇ who am I? ਇਹ ਵੀ ਹੈ ਕਿਉਂਕਿ ਤੂੰ ਬੈਠਾ ਉਹਨਾਂ ਦੇ ਅੰਦਰ, ਤੂੰ ਮਾਲਕ ਬੈਠਾ, ਤੇ ਮੈਂ ਕੌਣ ਹੁੰਨਾ? ਫਿਰ ਮਤਲਬ ਆਪਣੀ ਹੋਂਦ ਜਿਹੜੀ, ਮੈਂ ਤੇ ਸਿਰਫ ਇਹ ਦੇਖ ਸਕਦਾ ਕਿ ਤੇਰੀ ਪਾਵਰ ਕਿੰਨੀ ਹੈ, ਤੇਰੀ ਪ੍ਰੈਵਲੈਂਸ ਕਿੰਨੀ ਹੈ, ਤੇ ਤੂੰ ਕਿੰਨਾ ਕੁ ਪੋਟੈਂਟ ਹੈ, ਮੈਂ ਸਿਰਫ ਇਹ ਜਾਣ ਸਕਦਾ। ਤੇ ਜੇ ਮੈਂ ਉਹਨੂੰ ਰੀਅਲਾਈਜ਼ ਕਰ ਲਵਾਂ ਤੇ ਮੈਂ ਤੇਰੀ ਅਵੇਅਰਨੈਸ ਜੀ ਸਕਦਾ। ਬਸ ਇੰਨੀ ਕੁ ਗੱਲ ਸੀ। I just gave an example. I don't know if it is right or not. Any question in this regard? No. ਚਲੋ ਆਪਾਂ ਉਹ ਕਰੀਏ ਜੀ, ਅੱਜ ਗੁਣਵੰਤੀ ਕਰ ਲਈਏ। ਜਿਹੜੇ ਵੀਰਾਂ ਨੇ ਜਾਣਾ ਹੋਣਾ ਛੇਤੀ, ਉਹਨਾਂ ਦੇ ਜਾਣ ਤੋਂ ਪਹਿਲੇ ਆਪਾਂ ਗੱਲ ਕਰ ਲਈਏ ਕਿ ਅਗਲੀ ਵੀਰਵਾਰ ਤੋਂ ਇਹ ਕਲਾਸ ਜਿਹੜੀ ਹੈ ਆਪਸ਼ਨਲ ਹੈ, FYI, as we decided. ਇਸ ਕਲਾਸ ਦੇ ਵਿੱਚ ਅਸੀਂ ਕੋਈ ਡਿਜ਼ਾਈਨਡ ਪ੍ਰੀ ਡਿਸਾਈਡਡ ਕਰਿਕੂਲਮ ਨਹੀਂ ਰੱਖਾਂਗੇ as of now. ਅਗਲੀ ਕਲਾਸ ਦੇ ਵਿੱਚ ਅਸੀਂ ਓਪਨ ਕੁਐਸਚਨ ਆਨਸਰਸ, ਪਰ ਓਪਨ ਕੁਐਸਚਨ ਆਨਸਰਸ ਇਨ ਰਿਗਾਰਡ ਟੂ ਗੁਰਬਾਣੀ, ਗੁਰੂ ਗ੍ਰੰਥ ਸਾਹਿਬ। ਜਿਹੜੀ ਵੀ ਕੰਟਰੋਵਰਸ਼ੀਅਲ ਸਵਾਲ ਹੋਏਗਾ ਅਸੀਂ ਉਹਦੀ ਗੱਲ ਨਹੀਂ ਕਰਾਂਗੇ। ਜਿਹੜੇ ਸਵਾਲ ਦੇ ਨਾਲ ਵੀ ਸਾਡੀ ਕੰਟਰੋਵਰਸੀ ਹੈ ਅਸੀਂ ਨਹੀਂ ਕਰਾਂਗੇ। ਸੋ ਕੀਪ ਦੈਟ ਇਨ ਮਾਈਂਡ ਐਂਡ ਵੀ ਕੈਨ ਟਾਕ। ਸੋ ਜਿਨ੍ਹਾਂ ਨੇ ਜਾਣਾ ਹੋਵੇ ਜਾ ਸਕਦੇ, ਤੇ ਆਪਾਂ ਗੁਣਵੰਤੀ ਦਾ ਪਾਠ ਅੱਜ ਕਰ ਲਈਏ। ਤੇ ਸਾਰੇ ਕੱਢ ਲਾਂਗੇ, ਕੱਢਿਆ ਹੋਇਆ ਸਾਰਿਆਂ ਨੇ ਪੇਜ ਨੰਬਰ ਕੀ ਹੋਏਗਾ? ਹਾਂਜੀ 763। 763, yeah. मैं समझ याद से के कोई गल नहीं। Uncle ji, what is Gunvantya Path? I'm sorry, I'm not aware of that. हाँ जी, virtuous bride, the one who has a bride who has qualities. Okay.
ठीक है। मैं पहले पढ़ देना क्योंकि ਅਸੀਂ ਇਹਦਾ ਪਾਠ ਭੇਜਿਆ ਸੀ। ਵੈਸੇ ਕਿਸੇ ਨੇ ਪੜ੍ਹਿਆ, ਕਿਸੇ ਨੇ ਸੁਣੇ ਹੈ? ਆਈ ਮੀਨ ਜਿਹੜਾ ਸਿਮਰਤ ਜੀ ਨੇ ਭੇਜਿਆ ਸੀ। ਹਾਂਜੀ ਠੀਕ ਹੈ, ਫਿਰ ਮੈਨੂੰ ਪੜ੍ਹਨ ਦੀ ਲੋੜ ਹੈ ਕਿ ਆਪਾਂ ਸਾਰਿਆਂ ਕੋਲੋਂ ਸੁਣੀਏ? ਹਰਜੀਤ ਜੀ ਤੁਸੀਂ ਪਹਿਲੇ ਪੜੋ ਵੀਰ ਜੀ ਇੱਕ ਵਾਰ ਜ਼ਰਾ Okay. ਪਲੀਜ਼। Yeah, please read it. ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜਿਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜਿਉ ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜਿਉ ਇਹ ਮਨ ਤੈਂ ਕੂ ਡੇਵਸਾਂ ਮੈਂ ਮਾਰਗ ਦੇਹ ਬਤਾਏ ਜਿਉ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜਿਉ ਮੈਂ ਆਸਾਂ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਇਤ ਮਾਰਗ ਚੱਲੇ ਭਾਈੜੇ ਗੁਰ ਕਹੈ ਸੋ ਕਾਰ ਕਮਾਏ ਜਿਉ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਉ ਇਉ ਪਾਵੇਂ ਹਰ ਦਰ ਸਾਵੜਾ ਨਾ ਲੱਗੈ ਤਤੀ ਵਾਉ ਜਿਉ ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀਆ ਪਸਾਓ ਜਿਉ ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾਂ ਤ੍ਰਿਪਤ ਅਗਾਏ ਜਿਉ ਜੋ ਗੁਰ ਦੀਸੈ ਸਿਖੜਾ ਤਿਸ ਨਿਮ ਨਿਮ ਲਾਗੋਂ ਪਾਏ ਜਿਉ ਜੋ ਗੁਰ ਦੀਸੈ ਸਿਖੜਾ ਤਿਸ ਨਿਮ ਨਿਮ ਲਾਗੋਂ ਪਾਏ ਜਿਉ। ਹਾਂਜੀ, ਐਨੀਵਨ ਐਲਸ? ਪੜੀ ਚਲੋ ਸਾਰੇ ਬਈ, ਹਾਜ਼ਰੀ ਲਾ ਲਓ। ਤੁਹੀ ਮਹਿਲਾ ਪੰਜਵਾ ਗੁਣਵੰਤੀ ਜੋ ਦੀਸੇ ਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜਿਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਉ ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨ ਕਾਹੂ ਜਾਏ ਜਿਉ ਮਨ ਤੈ ਕੂ ਦੇਵ ਸਾਂ ਮੈਂ ਮਾਰਗ ਨੇ ਬਤਾਏ ਜਿਉ ਤੈਂ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਇਤ ਮਾਰਗ ਚੱਲੇ ਭਾਈੜੇ ਗੁਰ ਕਹੇ ਸੁਕਾਰ ਕਮਾਏ ਜਿਉ ਤਿਆਗੈ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਉ ਇਹ ਪਾਵੋ ਹਰ ਦਸਾਵੜਾ ਨ ਲੱਗੇ ਤਤੀ ਵਾਉ ਜਿਉ ਹਉ ਆਪੋਂ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜਿਉ ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜਿਉ ਜੋ ਗੁਰ ਦੀਸੇ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜਿਉ। ਵਾਹਿਗੁਰੂ ਜੀ। ਸੋਈ ਮਹੱਲਾ ਪੰਜਵਾਂ ਗੁਣਵੰਤੀ ਜੋ ਤਿਸੇ ਗੁਰ ਸਿੱਖਣਾ ਤਿਸ ਨਿਵ ਨਿਵ ਲਾਗੇ ਪਾਏ ਜਿਉ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਉ
सोई दस उपदेशड़ा मेरा मन अनंत न काहू जाए जियो। ही मन तैकू देवसा मैं मार्ग दे बताए जियो। हो आया दूरो चल के मैं तकी तो सरनाए जियो। मैं आशा रखी चित में मेरा सबो दुख गवाए जियो। इत मार्ग चले भाईड़े गुर कहे सो कार कमाए जियो। त्यागे मन की मतड़ी विसारे दूजा भाव जियो। इहो पावे हर तरसावड़ा ना लगे तती वाव जियो। हो आपो बोल न जानता मैं कहिए सब हुक्माए जियो। हो आपो बोल न जानता मैं कहिए सब हुक्माए जियो। हर भगत खजाना बख्शिया गुरु नानक किया पसाए जियो। मैं भौड़ न तृष्णा भुखड़ी हो रजा त्रिपत अघाए जियो। जो गुरु तिसे सिखड़ा तिस निव निव लागू पाए जियो। वाहिगुरू जी। ਸਾਰੀ ਬਹੁਤੇ ਕਰਕੇ ਊੜੇ ਨੂੰ ਤੁਸੀਂ ਈੜੀ ਪੜੀ ਗਏ ਹੋ। है ना? हाँ मन लगे। आई थिंक के प्रैक्टिस पता नहीं की कि नहीं तुसा। चलो जी मैं एक साइड तो शुरू ना जी। सोनल वुड यू बी रीडिंग इट? नो अच्छा ते पवनजीत नो अच्छा चलो जी हरप्रीत जी तो बाद रवदीप एंड रशमीत देन अमरजीत एंड परमजीत जी। वाहिगुरु जी सूई महला पंजवा गुणवंती। जो दिसे गुर सिखड़ा तिस निव निव लागू पाए जियो। आखा बिरथा जी की गुर सज्जन देह मिलाए जियो। सोई दस उपदेसड़ा मेरा मन अनंत ना काहू जाए जियो। एह मन तै कूड़े वसा मैं मार्ग देह बताए जियो। हाँ आया दूरो चल के मैं तकी तो शरणाए जियो। मैं आशा रखी चित में मेरा सबो दुख गवाए जियो। इत मार्ग चले पाई अड़े गुर कहे सुकार कमाए जियो। त्यागे मन की मतड़ी विसारे दूजा भाव जियो। ए पावे यूं पावे हर दर सावड़ा नह लगे तती वाओ जियो। हाँ आप हूँ बोल न जानदा मैं कहिया सब हुक्माओ जियो। हर भगत खजाना बख्शिया गुरु नानक किया पसाओ जियो। मैं बहुड़ न तृष्णा भुखड़ी और रज्जा त्रिपत अघाए जियो। जो गुर दीसे सिखड़ा तिस निव निव लागो पाए जियो। जो गुर दीसे सिखड़ा तिस निव निव लागो पाए जियो। वाहिगुरू जी का खालसा वाहिगुरू जी की फतेह। वेरी गुड। वाहिगुरू सूही महला पंजवा गुणवंती। जो दिसे गुर सिखड़ा तिस निव निव लागू पाए जियो। आखा बिरथा जी के गुर सज्जन दे मिलाए जियो। सोई दस उपदेसड़ा मेरा मन अनंत ना काहो जाए जियो। ए मन ते तैको देवसा मैं मार्ग दे बताए जियो। हो आया दूरों चल के मैं तकी तो सरनाए जियो। मैं आशा रखी चित में मेरा सबो दुख गवाए जियो। इत मार्ग चले पाईड़े गुर कह सो कार कमाए जियो। त्यागे मन की मतड़ी विसरे
ਵਿਸਾਰੇ ਦੂਜਾ ਪਾਓ ਜਿਉ ਇਉ ਪਾਵੈ ਹਰ ਦੇ ਦਰਸਾਵੜਾ न लगे तत्ती वाओ जियो हों आपै बोल न जानदा मैं कहया सब हुकमाओ जियो हर भगत खजाना बख्शिया गुरु नानक किया पसाओ जियो मैं बहुड़ न तृष्णा भुखड़ी हों रज्जा तृप्त अघाए जियो जो गुर दिसै सिखड़ा तिस निव निव लागों पाए जियो। Very good. Rashmeet, I must compliment ke you are very cautious. ਜਿਹੜਾ ਤੁਹਾਡਾ ਪ੍ਰਾਂਤਕ ਡਾਇਲੈਕਟ ਹੈ ਉਹਨੂੰ ਤੁਸੀਂ ਓਵਰਕਮ ਕਰ ਰਹੇ ਹੋ। ਮੈਂ ਤੁਸੀਂ ਬੋਲਦੇ ਸੀ, ਅੱਜ ਤੁਸੀਂ ਮੈਂ ਬੋਲ ਰਹੇ ਹੋ। ਵੈਰੀ ਗੁੱਡ, शाबाश। वाहिगुरु। जो दीसै गुर सिखड़ा तिस निव निव लागों पाए जियो आखां बिरथा जी की गुर सज्जन दे मिलाए जियो सोई दस उपदेशड़ा मेरा मन अनत न काहू जाए जियो ए मन तैं कूंडे वसा मैं मार्ग दे बताए जियो हाँ आया दूरों चल के मैं तकी तो शरनाए जियो मैं आशा रखी चित में मेरा सबो दुख गवाए जियो इत मार्ग चले पाईड़े गुर कह सुकार कमाए जियो त्यागे मन की मतरी विसारे दूजा पाओ जियो यो पावे हर दरसावड़ा न लगे तत्ती वाओ जियो यो पावे हर दरसावड़ा न लगे तत्ती वाओ जियो हाँ आपो बोल न जानदा मैं कहया सब हुक्माओ जियो हर भगत खजाना बख्शिया गुरु नानक किया पसाओ जियो मैं बहुड़ न तृष्णा भुखड़ी हाँ रज्जा तृप्त अगाए जियो जो गुर दीसै सिखड़ा तिस निव निव लागों पाए जियो। वेरी गुड। अमरजीत जी, परमजीत जी, then Manjeet ji, Veena ji, Pupinder ji, you want to read, would you? Okay. सूही महला पंजवा गुणवंती जो दीसै गुर सिखड़ा तिस निव निव लागों पाए जियो आखा बिरथा जी की गुर सजन दे मिलाए जियो सोई दस उपदेसड़ा मेरा मन अनत न काहू जाए जियो ए मन तैकू देवसा मैं मार्ग दे बताए जियो हाँ आया दूरों चल के मैं तकी ताओ शरणाए जियो मैं आशा रखी चित में मेरा सबो दुख गवाए जियो इत मार्ग चले पायड़े गुर कहे सो कार कमाए जियो त्यागे मन की मतड़ी विसारे दूजा पाओ जियो यो पावे हर दरसावड़ा न लगे तत्ती वाओ जियो हाँ आपो बोल न जानदा मैं कया सब हुक्माओ जियो हर भगत खजाना बख्शिया गुरु नानक किया पसाओ जियो मैं बहुड़ न तृष्णा भुखड़ी हाँ रजा तृप्त अघाए जियो जो गुर दीसै सिखड़ा तिस निव निव लागो पाए जियो वाहिगुरु जी पाए जियो।
वाहिगुरु जी सुही महला पंजवा गुरवंती जो दिसे गुर सिखरा तिस निभ निभ लागो पाए जियो आखा बिरथा जी की गुर सर्जन दे मिलाए जियो सोई 10 उपदेसरा मेरा मन अनत न कहूँ चाहे जियो ए मन तैकू देवसा मैं मारक देहो बताए जियो हाँ आया दूरू चल के मैं तकी तो शरणाई जियो मैं आशा रखी चित में मेरा सबो दुख गवाए जियो एत मार्ग चले भैरे कुर कहे सो कार कमाए जियो त्यागे मन की मतरी विसारे दूजा पाओ जियो एओ पावे हर दरसावड़ा न लगे तत्ती वाओ जियो हूँ आपो बोल न जानदा मैं कहिया सब हुक्माओ जियो हर भगत खजाना बख्शिया गुरु नानक किया पसाओ जियो मैं बोहर न तृष्णा बुखरी हम रजा त्रिपत काए जियो जो गुरदिस से सिखड़ा तिस निभ निभ लागो पाए जियो जो गुरदिस से सिखड़ा तिस निभ निभ लागो पाए जियो जी जी वीना जी एंड लास्ट कार सिंह जी सुही महला पंजवा गुणवंती जो दीसै गुर सिखड़ा तिस निव निव लागों पाए जियो आखा बिरथा जी की गुर सज्जन दे मिलाए जियो सोई 10 उपदेशड़ा मेरा मन अनत न काहूं जाए जियो ए मन तैंकू देवसा मैं मार्ग दे बताए जियो हाँ आया दूरों चल के मैं तकी तो शरणाए जियो मैं आशा रखी चित में मेरा सब दुख गवाए जियो इत मार्ग चले पायड़े गुर कहे सुकार कमाए जियो त्यागे मन की मतड़ी विसारे दूजा पाओ जियो यूं पावे हर दर सावड़ा न लगे तती वाओ जियो चौ हाँ आपों बोल न जानदा मैं कहा सब हुक्माओ जियो हर भगत खजाना बख्शिया गुरु नानक किया पसाओ जियो मैं बोल न तृष्णा पुखड़ी हाँ रजा त्रिपत अघाए जियो जो गुरु दिसै सिखड़ा तिस निव निव लागों पाए जियो कीप इन माइंड प्यारियो भी इस जड़ा सारा शब्द है ना ये फर्स्ट पर्सन च परसोनिफिकेशन है ते ਇਹਦੇ ਚ ਮੈਂ ਉੱਥੋਂ बोलना है ਇਹ ਮਨ ਤੈਕੂ ਦੇਵ ਸਾਂ मैं ਦਿਆਂਗਾ ਇਦਾਂ ਤੇ ਬਾਕੀ ਸਾਰੇ ਠੀਕ ਪੜ ਰਹੇ ਹੈ ਮੈਂ ਸੋਚਿਆ ਵੀ ਮੈਂ ਹੁਣੇ ਦੱਸ ਦਿਆਂ ਪਰ ਇਹ ਸਵਾਲ ਜਵਾਬ ਨੇ ਜੋ ਦਿਸੈ ਗੁਰ ਸਿਖੜਾ ਤਿਸ ਨਿਮ ਨਿਮ ਲਾਗੋਂ ਪਾਏ ਜਿਉ ਇਹ ਕੌਣ ਕਹਿ ਰਿਹਾ ਮੈਂ ਕਹਿ ਰਿਹਾ I am on the look ਤੇ ਫਿਰ ਜਦੋਂ ਮੈਨੂੰ ਕੋਈ ਗੁਰ ਸਿਖੜਾ ਮਿਲਦਾ ਉਹ ਮੈਨੂੰ ਫਿਰ ਦੱਸਦਾ ਹੈ ਇਹ ਤੁਮਾਰਗ ਚੱਲੇ ਭਾਈ ਬੜਾ ਪਿਆਰਾ ਇਹਦਾ ਕਨਸੈਪਟ ਹੈ ਜੇ ਅਸੀਂ ਇਹਨੂੰ ਅਰਥਾਂ ਸਮੇਤ ਜਾਣਨਾ ਚਾਹੀਏ ਤੇ ਹਾਂਜੀ ਵੀਨਾ ਜੀ सुही महला पंचवा गुणवंती जो दीसै गुर सिखड़ा तिस निव निव लागो पाए जियो आखा बिरथा जी की गुर सज्जन देह मिलाए जियो सोई 10 उपदेसड़ा मेरा मन अनत न काहू जाए जियो एह मन तैं कू
देव सा मैं मार्ग देहो बताए जियो। हौ आया दूरों चल के मैं तकी तो शरणाए जियो। मैं आशा रखी चित्त में मेरा सबो दुख गवाए जियो। इत मार्ग चले भाई अड़े गुर कहे सुकार कमाए जियो। त्यागे मन की मतड़ी विसारे दूजा भाव जियो। यो पावे हर दर सावड़ा न लगे तत्ती वाओ जियो। हव आपो बोल न जानदा मैं कहा सब हुक्माओ जियो। हर भगत खजाना बख्सिया गुरु नानक किया पसाओ जियो। मैं बहुड़ न तृष्णा भुखड़ी हौ रज्जा तृपत अघाए जियो। जो गुर दीसै सिखड़ा तिस निव निव लागो पाए जियो। वाहिगुरु। कार सिंह, कार सिंह। हाँ जी, थैंक यू। सुही महला पंजवा गुणवंती। जो दिसै गुर सिखना तिस निव निव लागू पाए जियो। आखां बिरथा जी की गुर सज्जन दे मिलाए जियो। सोई दस उपदेसड़ा मेरा मन अनंत न काहू जाए जियो। अनत अनत। ए मन अनंत न काहू जाए जियो। ए मन तैकू देवसा मैं मार्ग देह बताए जियो। हूँ आया दूरों चल के मैं तकी तो शरनाए जियो। मैं आशा रखी चित में मेरा सबो दुख गवाए जियो। इत मार्ग चले भाईड़ा गुर कहे सुकार कमाए जियो। त्यागै मन की मतड़ी उसारै दूजा भाओ जियो। इउं पावै हर दरसावड़ा ना लगे तती वाओ जियो। हूँ आपो बोल ना जानदा मैं कया सब हुक्माओ जियो। हर भगत खजाना बख्शिया गुरु नानक किया पुसाओ जियो। मैं बौड़ ना तृष्णा भुखड़ी हूँ रज्जा तृप्त आघाए जियो। जो गुर दिसै सिखड़ा तिस निव निव लागू पाए जियो। जो गुर दिसै सिखना तिस निव निव लागू पाए जियो। वाਹਿਗੁਰੂ ਜੀ ਖਾਲਸਾ ਵਾਹਿਗੁਰੂ। ਵਾਹ ਜੀ ਵਾਹ। ਸਿਰਫ ਬੇਨਤੀ ਸੀ ਕਿ ਜਦੋਂ ਅਸੀਂ ਅਨੰਤ ਦੇਖੋ, ਕਈ ਵਾਰੀ ਉਚਾਰਨ ਦੇ ਨਾਲ ਅਨਰਥ ਨਹੀਂ ਹੁੰਦਾ ਅਰਥ ਦਾ, ਪਰ ਕਈ ਵਾਰੀ ਉਚਾਰਨ ਦੇ ਨਾਲ ਅਨਰਥ ਹੋ ਜਾਂਦਾ ਹੈ। ਜਦੋਂ ਅਸੀਂ ਕਹਿੰਦੇ ਆ ਅਨੰਤ, ਅਨੰਤ ਦਾ ਮਤਲਬ ਹੈ ਜਿਹਦਾ ਅੰਤ ਕੋਈ ਨਹੀਂ, ਉਹ ਰੱਬ ਦੀ ਪਰਥਾਏ ਹੈ। ਅਨੰਤ ਦਾ ਮੈਨਾ ਹੈ ਕਿਧਰੇ ਹੋਰ, ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀ। ਮੇਰਾ ਮਨ ਕਿਧਰੇ ਹੋਰ ਜਾਂਦਾ ਹੀ ਨਹੀਂ, ਕਿਸੇ ਹੋਰ ਪਾਸੇ ਵੱਲ ਨਹੀਂ ਜਾਂਦਾ। ਇਸ ਤਰ੍ਹਾਂ ਉਹਦਾ ਜਿਹੜਾ ਇੰਟਰਪ੍ਰੀਟੇਸ਼ਨ ਬਣ ਜਾਂਦੀ ਹੈ। ਇਸ ਕਰਕੇ ਮੈਨੂੰ ਮਾਫ ਕਰਨਾ, ਮੈਂ ਵਿਚਕਾਰ ਟੋਕਣਾ ਪਿਆ। ਕਹਿੰਦਾ ਮੈਨੂੰ ਸੋਈ ਦੱਸ ਉਪਦੇਸ਼ੜਾ, ਉਹ ਉਪਦੇਸ਼ੜਾ ਜਾਂ ਉਪਦੇਸ਼ੜਾ, ਮੈਨੂੰ ਉਹੀ ਉਪਦੇਸ਼ ਦਸੀ ਕਿ ਮੇਰਾ ਮਨ ਸਿਰਫ ਉਪਦੇਸ਼ ਦੇ ਵਿੱਚ ਰੀਝ ਜਾਏ,
ਉਹਦੇ ਵਿੱਚ ਫੋਕਸ ਹੋ ਜਾਏ, ਉਹਦੇ ਵਿੱਚ ਅਬਜ਼ੌਰਬ ਹੋ ਜਾਏ, ਕਿਧਰੇ ਹੋਰ ਜਾਵੇ ਹੀ ਨਾ, ਭੱਜੇ ਹੀ ਨਾ ਕਿਧਰੇ, ਏਦਾਂ। ਸੋ ਨਾਓ can you read Punjabi or not? Not really, uncle. अच्छा, and so is Pawan जी। चलो कोई नहीं, चलो फिर समाप्ति करिए जी। चलो कार सिंह जी, नेक्स्ट वीक ਦਾ ਕਰਨਾ ਹੈ ਜਾਂ ਨੈਕਸਟ ਵੀਕ ਤੇ ਓਪਨ ਹੈ, ਸਾਨੂੰ ਪਤਾ ਹੀ ਨਹੀਂ ਕਿੰਨੇ ਆਉਣਾ ਤੇ ਕਿੰਨੇ ਨਹੀਂ, ਸੋ ਅਸੀਂ ਆਪੇ ਕਰ ਲਿਆ ਕਰਾਂਗੇ ਉਸ ਵੇਲੇ ਸਪੌਂਟੇਨੀਅਸ, ਠੀਕ ਹੈ। ਜੇ ਭੁਪਿੰਦਰ ਜੀ ਆਇਆ ਕਰਨਗੇ ਕਦੀ ਕਦੀ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਕਰਾਂਗੇ। Be prepared। ਹਾਂਜੀ ਸੌਰੀ ਕਾਰ ਸਿੰਘ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏ ਤਿਖ ਜਾਣੈ ਲਿਆ ਰਲਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏ ਤਿਖ ਜਾਣੈ ਲਿਆ ਰਲਾਏ। ਹਮ ਤਨਵੰਤ ਭਾਗਿਠ ਸਚ ਨਾਏ, ਹਰਿ ਗੁਣ ਗਾਵੈ ਸਹਿਜ ਸੋ ਪਾਏ। ਹਮ ਤਨਵੰਤ ਭਾਗਿਠ ਸਚ ਨਾਏ, ਹਰਿ ਗੁਣ ਗਾਵੈ ਸਹਿਜ ਸੋ ਪਾਏ। ਰਹਾਉ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੁੰਡਾਰ ਜਾਂ ਖੂਟ ਜਾਂ ਤੋਲ। ਖਾਵੇ ਖਰਚੈ ਰਲ ਮਿਲ ਪਾਈ, ਟੋਟ ਨਾ ਆਵੈ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏ ਤਿਖ ਜਾਣੈ ਲਿਆ ਰਲਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਏ ਤਿਖ ਜਾਣੈ ਲਿਆ ਰਲਾਏ। ਸੋਏ ਤਿਖ ਜਾਣੈ ਲਿਆ ਰਲਾਏ। ਵਾਹਿਗੁਰੂ ਜੀ ਕਾ ਖਾਲਸਾ। ਇੰਟਰਪਸ਼ਨ ਕਾਰ ਸਿੰਘ ਜੀ ਸਮਾਪਤੀ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਤੇ ਆਪਾਂ ਹੁਣ ਮੰਡੇ ਨੂੰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।